ਮੇਲ ਲੈਹੋ ਦਇਆਲ ਟਹਿ ਪਏ ਦੁਆਰਿਆ। ਰਖ ਲੇਵੋ ਦੀਨ ਦਇਆਲ ਭਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੋ ਦਇਆਲ ਸਾਗਰ ਸੰਸਾਰਿਆ। ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ। ਚੋਰ ਜਿਆਰ ਜੁਆਰ ਹਉ ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨ ਰਖੰਦਾ। ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨਸ ਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚ ਰਹਿ ਸ਼ਾਸਤਰ ਖਟ ਪਿੰਗ ਗਿਰਨ ਝੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਓੰਕਾਰ ਆਦ ਕਥਨੀ ਅਨਾਦ। ਹਲ ਖੰਡ ਖਿਆਲ ਗੁਰਬਰ ਅਕਾਲ। ਓੰਕਾਰ ਆਦ ਕਥਨੀ ਅਨਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ। ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਕੀਰਤਨ ਦਾ ਆਨੰਦ ਮਾਣ ਰਹੇ ਹੋ। ਸੋ ਆਓ ਜੋ ਸਤਿਗੁਰਾਂ ਨੇ ਕਿਰਪਾ ਕਰਕੇ ਜਾਪ ਸਾਹਿਬ ਦੀ ਕਥਾ ਪ੍ਰਾਰੰਭ ਕਰਵਾਈ ਸੀ, ਸੋ ਅੱਜ ਸਤਿਗੁਰਾਂ ਦੀ ਕਿਰਪਾ ਨਾਲ ਸੰਪੂਰਨ ਹੋਣ ਜਾ ਰਹੀ ਹੈ। ਸੋ ਸਤਿਗੁਰੂ ਜੀ ਆਪ ਹੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਕਿਰਪਾ ਦ੍ਰਿਸ਼ਟੀ ਕਰਕੇ ਜੋ ਜਾਪ ਸਾਹਿਬ ਦੀ ਕਥਾ ਉਹ ਸੰਪੂਰਨ ਕਰਵਾ ਲੈਣ। ਸਰਵਣ ਕਰਨਾ ਕਰੀਏ। ਵਾਹਿਗੁਰੂ ਸਾਹਿਬ ਜੀਓ। ਓੰਕਾਰ ਆਦ। ਓੰਕਾਰ ਆਦ। ਪ੍ਰਥਮੇ ਓੰਕਾਰ ਤਿਨ ਕਹਾ। ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਰਚੀ, ਪ੍ਰਥਮੇ ਓੰਕਾਰ ਤਿਨ ਕਹਾ। ਜੋ ਪਰਮਾਤਮਾ ਹੈ ਉਹਨੇ ਓੰਕਾਰ ਸ਼ਬਦ ਕਿਹਾ ਸੀ। ਪਰ ਓੰਕਾਰ ਸ਼ਬਦ ਜਦੋਂ ਰਚਿਆ, ਆਪਾਂ ਨੂੰ ਪਤਾ ਨਹੀਂ ਹੈ ਕਿ ਓੰਕਾਰ ਕਦੋਂ ਰਚਿਆ ਹੈ। ਜੋ ਪਰਮਾਤਮਾ ਹੈ ਇਸ ਦਾ ਵੀ ਆਦਿ ਸਰੂਪ ਹੈ। ਓੰਕਾਰ ਰਚਣ ਤੋਂ ਪਹਿਲਾਂ ਦਾ ਹੈ, ਆਦਿ ਸਰੂਪ ਹੈ। ਕਥਨੀ ਅਨਾਦ। ਕਥਨੀ ਅਨਾਦ। ਓੰਕਾਰ ਰੂਪ ਜੋ ਕਥਨੀ ਪਰਮਾਤਮਾ ਦੀ ਹੈ ਉਹ ਵੀ ਅਨਾਦਿ ਕਾਲ ਦੀ ਹੈ। ਭਾਵ ਕਿ ਉਸ ਦਾ ਸਮਾਂ ਕੋਈ ਉਸ ਦਾ ਆਦਿ ਨਹੀਂ ਦੱਸ ਸਕਦਾ। ਉਹ ਅਨਾਦਿ ਕਾਲ ਦੀ ਹੈ। ਹਲ ਖੰਡ ਖਿਆਲ। ਖਲ ਕਹਿੰਦੇ ਨੇ ਮੂਰਖਾਂ ਨੂੰ, ਖੰਡ ਕੱਟਣ ਵਾਲਾ। ਮੂਰਖਾਂ ਨੂੰ ਖਿਆਲ ਰਹਿੰਦਾ ਹੈ ਕਿ ਪਰਮਾਤਮਾ ਨੂੰ ਮੈਂ ਕੱਟਾਂ ਜਾਂ ਮੈਂ ਕੱਟਾਂਗਾ ਪਰਮਾਤਮਾ ਨੂੰ। ਪਰ ਆਪ ਤਾਂ ਜੋ ਮੂਰਖਤਾਈ ਦੇ ਖਿਆਲ ਜੀਵਾਂ ਅੰਦਰ ਹਨ ਉਹਨਾਂ ਨੂੰ ਵੀ ਆਪ ਜੀ ਕੱਢਣ ਵਾਲੇ ਹੋ, ਕੱਟਣ ਵਾਲੇ ਹੋ।
ਥੋੜ੍ਹੇ ਜਿਹੇ ਖਿਆਲ ਨਾਲ ਹੀ ਮੂਰਖਤਾਈ ਆਪ ਜੀ ਖੰਡ ਦਿੰਦੇ ਹੋ। ਖਾਲਖੰਡ ਖਿਆਲ, ਮੂਰਖਾਂ ਨੂੰ ਖੰਡਣ ਦਾ ਖਿਆਲ ਰੱਖਦੇ ਹੋ। ਗੁਰਬਰ ਅਕਾਲ, ਗੁਰ ਜੋ ਵੱਡਾ ਹੈ, ਬਰ ਬਲ ਵਾਲਾ ਹੈ, ਅਕਾਲ ਸਰੂਪ ਹੈ। ਗੁਰ ਜੋ ਗੁਰੂ ਹੈ, ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ, ਰੂ ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਬਰ ਬਰ ਦੇਣ ਵਾਲਾ ਹੈ, ਅਕਾਲ ਵਿਵੇਕ ਆਦਿ ਬਲਾਂ ਵਾਲਾ ਹੈ ਤੇ ਕਾਲ ਤੋਂ ਰਹਿਤ ਹੈ। ਘਰ ਘਰ ਪ੍ਰਣਾਮ, ਘਰ ਘਰ ਪ੍ਰਣਾਮ, ਘਰਾਂ ਘਰਾਂ ਵਿੱਚ ਆਪ ਜੀ ਨੂੰ ਨਮਸਕਾਰ ਕਰਦੇ ਹਨ। ਤੂੰ ਘਰਾਂ ਦਾ ਘਰ ਆਸਰਾ ਰੂਪ ਹੈ ਸੱਚੇ ਪਾਤਸ਼ਾਹ। ਹੋਰ ਘਰ ਬਦਲਣ ਵਾਲੇ ਹਨ, ਪ੍ਰਣਾਮੀ ਹਨ। ਪ੍ਰਣਾਮ ਜੋ ਹੋਰ ਘਰ ਹਨ ਉਹ ਤੇ ਨਾਸ਼ ਹੋ ਸਕਦੇ ਹਨ, ਉਹ ਤਾਂ ਢਹਿ ਸਕਦੇ ਹਨ, ਪਰ ਤੂੰ ਘਰਾਂ ਦਾ ਘਰ ਆਸਰਾ ਹੈ। ਜਿਹੜੇ ਸਾਰੇ ਸ਼ਾਸਤਰਾਂ ਵਾਲੇ ਨੇ ਆਪ ਨੂੰ ਨਮਸਕਾਰਾਂ ਕਰਦੇ ਨੇ। ਸਰੀਰ ਰੂਪੀ ਘਰਾਂ ਨੂੰ ਘੜਨ ਵਾਲਾ ਜੋ ਬ੍ਰਹਮਾ ਹੈ, ਤੂੰ ਉਸ ਨੂੰ ਵੀ ਘੜਨ ਵਾਲਾ ਹੈ, ਉਹ ਵੀ ਤੈਨੂੰ ਨਮਸਕਾਰਾਂ ਕਰਦਾ ਹੈ, ਉਹ ਵੀ ਨਮਸਕਾਰਾਂ ਕਰਦੇ ਨੇ। ਸਰੀਰ ਰੂਪੀ ਘਰਾਂ ਨੂੰ ਘਰ ਘੜਨ ਵਾਲੇ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ। ਸਾਰਿਆਂ ਦੇ ਹਿਰਦੇ ਰੂਪੀ ਘਰਾਂ ਵਿੱਚ ਰਹਿਣ ਵਾਲੇ, ਸਾਰੇ ਹਿਰਦਿਆਂ ਰੂਪੀ ਘਰਾਂ ਨੂੰ ਕਰਨ ਵਾਲੇ ਪਰਮਾਤਮਾ ਤੈਨੂੰ ਨਮਸਕਾਰ ਹੈ। ਐਸਾ ਜੋ ਪਰਮਾਤਮਾ ਘਰ ਮਹਿ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਚਿਤ ਚਰਨ ਨਾਮ, ਆਪ ਦੇ ਚਰਨ ਤੇ ਨਾਮ ਚਿੱਤ ਵਿੱਚ ਬਸੇ ਰਹਿਣ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਧਿਓ ਪਾਲ। ਕਈ ਜਿਵੇਂ ਪੁੱਛਦੇ ਨੇ ਜੀ ਧਿਆਨ ਕਿੱਥੇ ਟਿਕਾਉਣਾ ਹੈ, ਕਿੱਥੇ ਧਿਆਨ ਕਰਨਾ ਹੈ। ਪਰ ਮਹਾਰਾਜ ਕਹਿੰਦੇ ਚਿੱਤ ਚਰਨ ਨਾਮ, ਜੋ ਪਰਮਾਤਮਾ ਦੇ ਚਰਨ ਨੇ ਉਹ ਚਿੱਤ ਵਿੱਚ ਵਸਾਉਣੇ ਨੇ, ਨਾਮ ਰੂਪੀ ਚਰਨ। ਜੋ ਆਪ ਦੇ ਨਾਮ ਦਾ ਚਿੱਤ ਵਿੱਚ ਚਿੰਤਨ ਕਰਨਾ ਹੈ, ਇਹੀ ਆਪ ਜੀ ਦੇ ਚਰਨ ਹਨ। ਵਾ ਚਰਨ ਪੂਜਨੀਕ ਚੇਤਨ ਸਰੂਪ, ਤੇਰਾ ਨਾਮ ਹਿਰਦੇ ਵਿੱਚ ਵਸੇ। ਛੀਜਣ ਤੋਂ ਰਹਿਤ ਹੈ ਗਾਤ, ਕਹਿੰਦੇ ਨੇ ਸਰੀਰ ਵਿੱਚ ਨਹੀਂ ਪੈਂਦਾ, ਤੇਰਾ ਸਰੀਰ ਕੱਟਣ ਤੋਂ ਰਹਿਤ ਹੈ। ਨਾ ਬਾਤ, ਆਪ ਦੀ ਕੋਈ ਅਜਿੱਜ, ਅਜਿੱਜ ਕਹਿੰਦੇ ਨੇ ਗਰੀਬ ਨੂੰ ਜਾਂ ਕੰਗਾਲ ਨੂੰ, ਆ ਜਿੱਜ ਨਾ ਬਾਤ। ਆਪ ਜੀ ਵਿੱਚ ਕੋਈ ਗਰੀਬੀ ਵਾਲੀ ਗੱਲ ਨਹੀਂ ਹੈ, ਆਪ ਜੀ ਵਿੱਚ ਕੋਈ ਕੰਗਾਲਤਾਈ ਨਹੀਂ ਹੈ, ਆਪ ਜੀ ਬੇਪਰਵਾਹ ਹੋ। ਹੁਣ ਅਰਥ ਵਾਸਤੇ ਆਜਿਜਨ ਬਾਤ, ਅਰਥ ਵਾਸਤੇ ਨੰਨੇ ਨੂੰ ਨਾਲ ਜੋੜਿਆ ਹੈ, ਪਰ ਸ਼ੁੱਧ ਪਾਠ ਹੈ ਆਜਿਜ ਨਾ ਬਾਤ। ਅੱਗੇ ਅਰਥ ਕਰਨ ਵਾਸਤੇ ਆਜਿਜਨ ਬਾਤ ਨੰਨੇ ਨੂੰ ਨਾਲ ਜੋੜਿਆ ਹੈ। ਅਜੀਜਨ ਗਰੀਬਾਂ ਨਾਲ ਆਪ ਜੀ ਗੱਲ ਕਰਦੇ ਹੋ ਪ੍ਰਗਟ ਹੋ ਕੇ। ਇੱਦਾਂ ਨਹੀਂ ਕਿ ਗਰੀਬਾਂ ਨੂੰ ਦੁਰਪਰੇ ਕਰੀ ਜਾਂਦੇ ਹੋ ਅਤੇ ਅਮੀਰਾਂ ਨੂੰ ਆਪ ਜੀ ਕੋਲ ਬਿਠਾਉਂਦੇ ਹੋ। ਆਪ ਜੀ ਗਰੀਬਾਂ ਨਾਲ ਗੱਲ ਕਰਦੇ ਹੋ। ਹੁਣ ਅਗਲਾ ਦੂਜਾ ਪਾਠ ਮੰਨ ਕੇ ਆਜਿਜ ਨਬਾਤ, ਨੰਨੇ ਨੂੰ ਹੁਣ ਬਾਤ ਨਾਲ ਜੋੜਿਆ ਹੈ ਨਬਾਤ। ਨਬਾਤ ਦਾ ਅਰਥ ਹੁੰਦਾ ਹੈ ਮਿਸਰੀ। ਜਿਵੇਂ ਕਹਿੰਦੇ ਨੇ ਫਰੀਦਾ ਸ਼ੱਕਰ ਖੰਡ ਨਿਵਾਤ, ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਨਬਾਤ ਕਹਿੰਦੇ ਨੇ ਮਿਸਰੀ ਨੂੰ। ਗਰੀਬਾਂ ਨੂੰ ਮਿਸਰੀ ਵਰਗਾ ਆਪ ਜੀ ਮਿੱਠੇ ਹੋ, ਕੋੜੇ ਬੋਲ ਨਹੀਂ ਕਿਸੇ ਨੂੰ ਬੋਲਦੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਕੌਰਾ ਬੋਲਣਾ ਜਾਣੈ ਪੂਰਨ ਭਗਵਾਨੈ, ਔਗਣ ਕਉ ਨਾ ਚਿਤਾਰੇ। ਐਸਾ ਉਹ ਪਰਮਾਤਮਾ ਹੈ। ਗਰੀਬ ਆਪ ਨੂੰ ਪਿਆਰੇ ਹਨ। ਜੋ ਮਨ ਦੀ ਗਰੀਬੀ ਰੱਖਦਾ ਹੈ ਉਹ ਆਪ ਜੀ ਨੂੰ ਪਿਆਰਾ ਹੈ। ਜੋ ਆਪ ਦੀਆਂ ਬਾਤਾਂ ਕਰਦੇ ਹਨ ਫਿਰ ਉਹ ਆਜਿਜ ਨਾ ਬਾਤ, ਉਹ ਫਿਰ ਕੰਗਾਲ ਨਹੀਂ ਰਹਿੰਦਾ, ਗਰੀਬ ਨਹੀਂ ਰਹਿੰਦਾ। ਅਨਝੰਝ ਗਾਤ, ਆਪ ਦੀ ਦਾ ਸਰੂਪ ਝੜਨ ਤੋਂ ਰਹਿਤ ਹੈ। ਜਿਵੇਂ ਕਿਸੇ ਨੂੰ ਕੋਈ ਬਿਮਾਰੀ ਲੱਗ ਗਈ ਜਾਂ ਕਿਸੇ ਦੇ ਕੇਸ ਝੜੀ ਜਾਂਦੇ ਨੇ ਜਾਂ ਕਿਸੇ ਦਾ ਕੋਈ ਅੰਗ ਝੜ ਜਾਂਦਾ ਹੈ, ਕਿਸੇ ਨੂੰ ਅਧਰੰਗ ਹੋ ਗਿਆ, ਕਿਸੇ ਦੀ ਬਾਂਹ ਖੜ੍ਹ ਜਾਂਦੀ ਹੈ, ਰੁਕ ਜਾਂਦੀ ਹੈ।
ਅੰਗ ਝੜ ਸਕਦੇ ਨੇ ਆਮ ਜੀਵਾਂ ਦੇ, ਪਰ ਜੋ ਪਰਮਾਤਮਾ ਹੈ ਉਹ ਝੜਨ ਤੋਂ ਰਹਿਤ ਹੈ। ਸਰੀਰ ਦੇ ਝੜਨ ਤੋਂ ਆਪ ਜੀ ਅਝੜ ਹੋ ਰਹਿਤ ਹੋ। ਤਿੰਨ ਦੇਹਾਂ ਜੋ ਕਾਰਨ ਸੂਖਮ ਸਥੂਲ ਦੇਹਾਂ ਨੇ, ਇਹਨਾਂ ਵਿੱਚ ਪੈ ਕੇ ਆਪ ਜੀ ਝੜਨ ਤੋਂ ਰਹਿਤ ਹੋ। ਅਨ ਰੰਜ ਬਾਤ ਅਨ ਨਿਰੰਤਰ ਆਪ ਦੀਆਂ ਰੰਜ ਖੁਸ਼ ਕਰਨ ਵਾਲੀਆਂ ਬਾਤਾਂ ਹਨ। ਆਪ ਜੀ ਕਿਸੇ 'ਤੇ ਗੁੱਸਾ ਨਹੀਂ ਕਰਦੇ। ਜੇ ਆਪਾਂ ਨੂੰ ਕੋਈ ਫਿੱਕਾ ਬੋਲ ਲਵੇ ਆਪਾਂ ਗੁੱਸਾ ਕਰ ਲੈਂਦੇ ਹਾਂ, ਪਰ ਸੱਚੇ ਪਾਤਸ਼ਾਹ ਜੀਓ ਅਨਰੰਜ ਬਾਤ, ਆਪ ਜੀ ਵਿੱਚ ਕੋਈ ਐਸੀ ਗੱਲ ਨਹੀਂ ਹੈ ਕਿ ਆਪ ਜੀ ਗੁੱਸਾ ਕਰਦੇ ਹੋ। ਜੋ ਆਪ ਦੀਆਂ ਰੰਜ ਖੁਸ਼ ਕਰਨ ਵਾਲੀਆਂ ਬਾਤਾਂ ਹਨ। ਜੋ ਤੇਰੀ ਗੱਲ ਕਰਦਾ ਹੈ, ਜੋ ਤੇਰਾ ਨਾਮ ਜਪਦਾ ਹੈ, ਉਸ ਨੂੰ ਫਿਰ ਹਮੇਸ਼ਾ ਖੁਸ਼ ਵੀ ਰੱਖਦੇ ਹੋ। ਜਿਸ ਨੇ ਬਾਤ ਅੰਮ੍ਰਿਤ ਜਿਸ ਨੂੰ ਮਿਲ ਜਾਵੇ, ਤੇਰਾ ਨਾਮ ਅੰਮ੍ਰਿਤ ਮਿਲ ਜਾਵੇ, ਉਹ ਸਦਾ ਪ੍ਰਸੰਨ ਰਹਿੰਦਾ ਹੈ। ਅਨਟੁੱਟ ਭੰਡਾਰ ਜਿਹੜੇ ਪਰਮਾਤਮਾ ਦੇ ਭੰਡਾਰ ਨੇ ਅਟੁੱਟ ਨੇ, ਉਹਦੇ ਵਿੱਚ ਕਦੇ ਤੋਟ ਨਹੀਂ ਆ ਸਕਦੀ। ਦੇਦਾ ਦੇ ਲੈ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਪਰਮਾਤਮਾ ਦੇਣ ਲੱਗਿਆ ਥੱਕਦਾ ਨਹੀਂ ਹੈ, ਪਰ ਆਪਾਂ ਲੈਣ ਲੱਗੇ ਥੱਕ ਜਾਂਦੇ ਹਾਂ। ਦੇਦਾ ਦੇ ਲੈ ਦੇ ਥਕ ਪਾਹੇ, ਜਿਹੜਾ ਆਪ ਦਾ ਭਗਤੀ ਰੂਪ ਭੰਡਾਰ ਹੈ ਅਟੁੱਟ ਹੈ। ਜਿਹੜਾ ਖਾਣ ਪਾਣ ਦੇ ਹੋਰ ਭੰਡਾਰ ਨੇ, ਸੱਚੇ ਪਾਤਸ਼ਾਹ ਜੀ ਉਹ ਆਪ ਜੀ ਅਟੁੱਟ ਨੇ, ਕਦੇ ਤੋਟ ਨਹੀਂ ਆਉਂਦੀ। ਅਣਠੱਠ ਅਪਾਰ, ਠੱਠ ਕਹਿੰਦੇ ਨੇ ਜਿਵੇਂ ਕੋਈ ਬੜਾ ਠਾਠ ਬਾਠ ਕਰਦਾ ਹੈ, ਕੋਈ ਸ਼ਿੰਗਾਰ ਕਰਦਾ ਹੈ, ਪਰ ਪਰਮਾਤਮਾ ਅਣਠੱਠ ਅਪਾਰ। ਆਪ ਕਿਸੇ ਦੇ ਠੱਟਣ ਤੋਂ ਆਪ ਜੀ ਰਹਿਤ ਹੋ, ਅਪਾਰ ਹੋ। ਆਪ ਦਾ ਕੋਈ ਸ਼ਿੰਗਾਰ ਨਹੀਂ ਕਰ ਸਕਦਾ, ਕਿਸੇ ਦਾ ਬਣਾਇਆ ਹੋਇਆ ਨਹੀਂ ਹੈ। ਤੂੰ ਅਪਾਰ ਪਾਰਾਵਾਰ ਤੋਂ ਰਹਿਤ ਹੈ। ਆਡੀਠ ਧਰਮ, ਆਪ ਜੀ ਦਾ ਧਰਮ ਕੀ ਹੈ? ਆਪ ਜੀ ਜੀਵਾਂ ਦੀ ਪਾਲਣਾ ਕਰਦੇ ਹੋ, ਇਹ ਆਪ ਜੀ ਦੇ ਕੰਮ ਨੇ। ਧਰਮ ਪੁੰਨ ਨੂੰ ਵੀ ਕਹਿੰਦੇ ਨੇ, ਪਰ ਸਾਰਾ ਕੁਝ ਜੋ ਆਪ ਇਹ ਕਰਦੇ ਹੋ ਅਡੀਠ, ਆਪ ਜੀ ਪਰੋਖ ਹੋ ਕੇ ਕਰਦੇ ਹੋ। ਪਰੋਖ ਕਹਿੰਦੇ ਨੇ ਗੁਪਤ ਨੂੰ। ਆਪ ਜੀ ਗੁਪਤ ਹੋ ਕੇ ਸਾਰਿਆਂ ਦੀ ਪਾਲਣਾ ਕਰੀ ਜਾਂਦੇ ਹੋ, ਸਾਰਿਆਂ ਨੂੰ ਦੇਈ ਜਾਂਦੇ ਹੋ। ਅਤ ਢੀਠ ਕਰਮ, ਆਪ ਅਤਿਅੰਤ ਢੀਠ। ਸੰਤ ਗਿਆਨੀ ਗੁਰਬਚਨ ਸਿੰਘ ਜੀ ਅਰਥ ਕਰਦੇ ਨੇ, ਤੇ ਕਰੜੇ ਤੋਂ ਕਰੜੇ ਕਰਮ ਪਰਮਾਤਮਾ ਕਰ ਦਿੰਦਾ ਹੈ। ਭਗਤਾਂ ਦੀ ਰੱਖਿਆ ਵਾਸਤੇ ਕਰੜੇ ਕੰਮਾਂ ਤਾਈਂ ਪਰਮਾਤਮਾ ਕਰਦਾ ਹੈ। ਜਿਵੇਂ ਜੋਗਾ ਸਿੰਘ ਨੂੰ ਵਿਕਾਰਾਂ ਤੋਂ ਬਚਾਉਣ ਲਈ ਕਲਗੀਧਰ ਪਿਤਾ ਜੀ ਆਪ ਬੇਸਵਾ ਦੇ ਦਰਵਾਜ਼ੇ 'ਤੇ ਖੜ੍ਹ ਕੇ ਪਹਿਰਾ ਦਿੱਤਾ। ਆਪ ਜੀ ਕਰੜੇ ਤੋਂ ਕਰੜੇ ਕੰਮ ਕਰਦੇ ਹੋ। ਹਰਨਾਖ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਆਪਣੇ ਭਗਤਾਂ ਨੂੰ ਪਿਆਰਿਆਂ ਦੀ ਰੱਖਿਆ ਕਰਨ ਵਾਸਤੇ ਵੈਰੀਆਂ ਦਾ ਆਪ ਜੀ ਨਾਸ਼ ਕਰਦੇ ਹੋ। ਕਰੜੇ ਤੋਂ ਕਰੜਾ ਕੰਮ ਕਰਦੇ ਹੋ, ਜਿਹੜਾ ਕੋਈ ਨਹੀਂ ਕਰ ਸਕਦਾ। ਤੇਰੇ ਕੀਤੇ ਕੰਮ ਤੁਝਾ ਹੀ ਗੋਚਰੇ, ਜੈਸੇ ਹਰਨ ਭਰਨ ਜਾ ਕਾ ਨੇਤਰ ਫੋਰ। ਜਿਹੜੇ ਹੰਕਾਰ ਕਰਕੇ ਕਰਮ ਕਰਦੇ ਨੇ, ਅਤ ਢੀਠ ਕਰਮ, ਬੜੇ ਢੀਠ ਜੇ ਹੋ ਕੇ ਹੰਕਾਰ ਕਰਕੇ ਜਿਹੜੇ ਕਰਮ ਕਰਦੇ ਨੇ, ਉਹਨਾਂ ਨੂੰ ਆਪ ਦੀ ਪ੍ਰਾਪਤੀ ਨਹੀਂ ਹੁੰਦੀ। ਅਣਬ੍ਰਣ ਅਨੰਤ, ਪਿੱਛੇ ਆਏ ਸੀ ਨਾ ਬਰਨ। ਅਣਬ੍ਰਣ ਅਨੰਤ, ਆਪ ਜੀ ਕਥਨ ਤੋਂ ਰਹਿਤ ਹੋ। ਅਣਬ੍ਰਣ, ਆਪ ਜੀ ਵਰਨਾ ਆਸ਼ਰਮਾਂ ਤੋਂ ਰਹਿਤ ਹੋ। ਕੋਈ ਬ੍ਰਾਹਮਣ ਜਾਤੀ ਆਦਿ ਆਪ ਜੀ ਦੀ ਨਹੀਂ ਹੈ। ਅਣਬ੍ਰਣ, ਆਪ ਜੀ ਰੰਗਾਂ ਤੋਂ ਰਹਿਤ ਹੋ। ਜੋ ਰਜੋ ਤਮੋ ਸਤੋ ਗੁਣ ਆਦਿਕ ਨੇ, ਇਹਨਾਂ ਤੋਂ ਆਪ ਜੀ ਰਹਿਤ ਹੋ। ਜੋ ਨੀਲੇ ਪੀਲੇ ਕਾਲੇ ਰੰਗ ਨੇ, ਇਹਨਾਂ ਤੋਂ ਆਪ ਜੀ ਰਹਿਤ ਹੋ। ਅਣਬ੍ਰਣ ਅਨੰਤ। ਬਰਨ ਕਹਿੰਦੇ ਨੇ ਜ਼ਖਮਾਂ ਨੂੰ, ਆਪ ਜੀ ਜ਼ਖਮਾਂ ਤੋਂ ਰਹਿਤ ਹੋ। ਅਨਬ੍ਰਣ, ਆਪ ਜੀ ਹੋਰਾਂ ਬਨਾਵਟਾਂ ਨੂੰ ਬਣਾ ਲੈਂਦੇ ਹੋ। ਆਪ ਜੀ ਬੇਅੰਤ ਹੋ। ਦਾਤਾ ਮਹੰਤ, ਸਰਬ ਦੇ ਦਾਤਾ ਹੋ, ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ। ਆਪ ਜੀ ਆਪ ਜੀ ਮਹੰਤ, ਸਾਰਿਆਂ ਦੇ ਵੱਡੇ ਹੋ, ਪੂਜਨੀਕ ਹੋ। ਹਰ ਬੋਲ ਮਨਾ ਛੰਦ ਤੁਐ ਪ੍ਰਸਾਦ, ਇਹ ਮਹਾਰਾਜ ਨੇ ਬੜਾ ਸੁੰਦਰ ਛੰਦ ਰਚਿਆ ਹੈ। ਹਰ ਬੋਲ ਮਨਾ ਛੰਦ ਤੁਐ ਪ੍ਰਸਾਦ, ਤੇਰੀ ਕਿਰਪਾ ਨਾਲ। ਹੇ ਹਰੀ, ਹੇ ਹਰੀ ਪਰਮੇਸ਼ਰ ਦੇ ਛੰਦ, ਛੰਦ ਕਹਿੰਦੇ ਨੇ ਜਸ ਨੂੰ। ਜਸ ਨੂੰ ਬੋਲਣਾ ਕਰ। ਜੋ ਹਰੀ ਪਰਮੇਸ਼ਰ ਹੈ, ਉਸਦੇ ਛੰਦ ਜਸ ਨੂੰ ਬੋਲਣਾ ਕਰ। ਹੇ ਮਨਾ, ਫਿਰ ਤੇਰੇ 'ਤੇ ਸਤਿਗੁਰਾਂ ਦੀ ਕਿਰਪਾ ਹੋਵੇਗੀ। ਤੈਨੂੰ ਪਰਮੇਸ਼ਰ ਦੀ
ਸਖਿਆਤ ਹੋ ਜਾਵੇਗੀ, ਪਰਮੇਸ਼ਰ ਪ੍ਰਗਟ ਹੋ ਜਾਵੇਗਾ। ਇਸ ਪ੍ਰਕਾਰ ਵਿਚਾਰੋ। ਵਾਹਿ ਪ੍ਰਸਾਦ ਤੇਰੀ ਕਿਰਪਾ ਨਾਲ ਹਰ ਬੋਲ ਮਨਾ ਛੰਦ ਲਿਖਣ ਲੱਗਾ ਹਾਂ। ਕਰਨਾਲਾ ਹੈ ਕਰੁਣਾਲੈ ਹੈ, ਕਿਰਪਾ ਦਾ ਆਲੈ। ਆਲੈ ਕਹਿੰਦੇ ਨੇ ਘਰ ਨੂੰ। ਆਪ ਜੀ ਕਿਰਪਾ ਦੇ ਘਰ ਹੋ। ਲੈ, ਆਪ ਜੀ ਲੈ ਕਰਨ ਵਾਲੇ ਹੋ, ਜੀਵਾਂ ਨੂੰ ਨਾਸ਼ ਕਰਨ ਵਾਲੇ ਹੋ। ਹਰ ਘਾਲੈ ਹੈ ਆਰ ਵੈਰੀਆਂ ਨੂੰ ਕਹਿੰਦੇ ਨੇ, ਆਪ ਜੀ ਵੈਰੀਆਂ ਨੂੰ ਘਾਲੈ, ਨਾਸ਼ ਕਰਨ ਵਾਲੇ ਹੋ। ਹਲ ਖੰਡਨ ਹੈ ਖਲ ਕਹਿੰਦੇ ਨੇ ਮੂਰਖਤਾਈ ਨੂੰ, ਖੰਡਨ ਕਹਿੰਦੇ ਨੇ ਨਾਸ਼ ਕਰ ਦੇਣਾ। ਆਪ ਜੀ ਮੂਰਖਤਾਈ ਨੂੰ ਖੰਡਣ ਵਾਲੇ ਹੋ। ਮਹਿ ਮੰਡਨ ਹੈ ਮਹਿ ਪ੍ਰਿਥਵੀ ਜੋ ਹੈ ਉਸ ਨੂੰ ਆਪ ਜੀ ਰਚਣ ਵਾਲੇ ਹੋ। ਮੰਡਨ ਕਹਿੰਦੇ ਨੇ ਸ਼ਿੰਗਾਰ ਕਰਨਾ ਜਾਂ ਸ਼ਿੰਗਾਰਨਾ। ਆਪ ਜੀ ਪ੍ਰਿਥਵੀ ਦੀ ਜੋ ਰਚਨਾ ਕੀਤੀ ਹੈ, ਇਸ ਨੂੰ ਸ਼ਿੰਗਾਰਨ ਵਾਲੇ ਵੀ ਆਪ ਜੀ ਹੋ। ਕੋਈ ਹੋਰ ਨਹੀਂ ਸ਼ਿੰਗਾਰ ਸਕਦਾ, ਆਪ ਜੀ ਸਮਰੱਥ ਹੋ। ਜਗਤੀਸ਼ਵਰ ਹੈ ਜਗਤੇਸ਼ਵਰ ਹੈ, ਜਗਤ ਦਾ ਈਸ਼ਰ ਰੂਪ ਹੋ ਆਪ ਜੀ। ਜਗਤ ਦੇ ਰਾਜਾ ਰੂਪ ਹੋ। ਪਰਮੇਸ਼ਵਰ ਹੈ ਆਪ ਜੀ ਪਰਮ ਈਸ਼ਵਰ, ਵੱਡੇ ਈਸ਼ਵਰ ਹੋ। ਜੋ ਪੰਜ ਈਸ਼ਰ ਮੰਨੇ ਗਏ ਨੇ, ਜੋ ਬ੍ਰਹਮਾ, ਜੋ ਗਣੇਸ਼, ਸੂਰਜ ਆਦਿਕ ਪੰਜ ਈਸ਼ਰ ਜੋ ਮੰਨੇ ਗਏ ਨੇ, ਇਹਨਾਂ ਤੋਂ ਵੀ ਆਪ ਜੀ ਵੱਡੇ ਹੋ, ਮਹਾਨ ਹੋ। ਕਲ ਕਾਰਨ ਹੈ ਕਾਲ ਕਲ ਕਾਰਨ ਹੈ। ਕਲ ਕਹਿੰਦੇ ਨੇ ਸ਼ਾਂਤੀ ਨੂੰ, ਸ਼ਾਂਤੀ ਪ੍ਰਕਾਸ਼ਨ ਦਾ ਕਾਰਨ ਸਰੂਪ ਵੀ ਆਪ ਜੀ ਹੋ। ਕਲ ਕਹਿੰਦੇ ਨੇ ਸ਼ਕਤੀਆਂ ਨੂੰ, ਸ਼ਕਤੀਆਂ ਨੂੰ ਪ੍ਰਕਾਸ਼ਣ ਵਾਲਾ ਵੀ ਆਪ ਜੀ ਹੋ। ਸ਼ਕਤੀਆਂ ਦੇ ਕਾਰਨ ਵੀ ਆਪ ਜੀ ਹੋ। ਜਿੰਨੀ ਕਿਸੇ ਵਿੱਚ ਕੋਈ ਸ਼ਕਤੀ ਹੈ, ਸ਼ਕਤੀ ਕਹਿੰਦੇ ਨੇ ਮਾਇਆ ਨੂੰ। ਜੋ ਮਾਇਆ ਪ੍ਰਬਲ ਹੈ, ਜਿਹਨੇ ਸਾਰਾ ਇਹ ਮਾਇਆ ਨੇ ਕੀਤਾ ਹੈ, ਸਾਰਿਆਂ 'ਤੇ ਭਾਰ ਪਾਇਆ ਹੈ। ਜੋ ਮਾਇਆ ਪਰਮੇਸ਼ਰ ਨੇ ਰਚੀ ਹੈ, ਉਹ ਵੀ ਉਹਦਾ ਕਾਰਨ ਵੀ ਸੱਚੇ ਪਾਤਸ਼ਾਹ ਜੀ ਉਹ ਆਪ ਹੋ। ਮਾਇਆ ਨੂੰ ਵੀ ਤੁਸੀਂ ਬਣਾਇਆ ਹੈ। ਕਲ ਕਹਿੰਦੇ ਨੇ ਸੁੰਦਰਤਾ ਦੇ ਕਾਰਨ ਵੀ ਆਪ ਜੀ ਹੋ। ਕਲ ਅਰਥ ਕਲਯੁੱਗ ਦਾ ਵੀ ਹੈ। ਜਿਹੜੇ ਹੋਰ ਯੁੱਗ ਬਣਾਏ ਨੇ ਜਾਂ ਕਲਯੁੱਗ ਹੈ, ਇਸ ਦਾ ਕਾਰਨ ਰੂਪ ਵੀ ਆਪ ਜੀ ਹੋ। ਕਲ ਕਹਿੰਦੇ ਨੇ ਕਲਪਨਾ ਰਚਣ ਦਾ ਕਾਰਨ ਵੀ ਆਪ ਜੀ ਹੋ। ਸਰਬ ਅਵਾਰਨ ਹੈ ਸਰਬ ਉਬਾਰਨ ਹੈ, ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀ ਮਨ ਗਾਰੈ। ਆਪ ਜੀ ਗਰੀਬਾਂ ਨੂੰ, ਨਿਮਾਣੇ ਨਿਤਾਣਿਆਂ ਨੂੰ ਆਪ ਜੀ ਉਬਾਰਨ ਵਾਲੇ ਹੋ, ਬਚਾਉਣ ਵਾਲੇ ਹੋ। ਆਪ ਜੀ ਰੋਗਾਂ ਆਦਿਕ ਤੋਂ, ਵਿਕਾਰਾਂ ਤੋਂ ਬਚਾਉਣ ਵਾਲੇ ਹੋ। ਆਪ ਜੀ ਜਨਮ ਮਰਨ ਦੇ ਗੇੜ ਤੋਂ ਬਚਾਉਣ ਵਾਲੇ ਹੋ। ਆਪਣੇ ਭਗਤਾਂ ਨੂੰ ਸੰਕਟਾਂ ਤੋਂ ਬਚਾਉਣ ਵਾਲੇ ਹੋ। ਆਪ ਜੀ ਸਾਰੇ ਜਗਤ ਨੂੰ ਉਬਾਰਨ ਵਾਲੇ ਹੋ। ਰਤ ਕੇ ਧਰਨ ਹੈ ਆਪ ਜੀ ਧੀਰਜ ਦੇ ਧਾਰਨ ਵਾਲੇ ਹੋ। ਧਰਤੀ ਦੇ ਧਾਰਨ ਵਾਲੇ ਹੋ। ਆਪ ਜੀ ਪ੍ਰਿਥਵੀ ਦੇ ਰੱਖਕ ਹੋ। ਜਗ ਕੇ ਕਰਨ ਹੈ ਜਗ ਦੇ ਰਚਣ ਵਾਲੇ ਹੋ। ਮਨ ਮਾਨਿਆ ਹੈ ਮਨ ਮਾਨਿਆ ਹੈ, ਸਾਰਿਆਂ ਦੇ ਮਨ ਵਿੱਚ ਆਪ ਜੀ ਮਾਣਨੀਕ ਹੋ। ਮਨ ਕਹਿੰਦੇ ਨੇ ਸ਼੍ਰੋਮਣੀ ਹੋ, ਆਪ ਜੀ ਪੂਜਨੀਕ ਹੋ। ਅਤੇ ਮਨ ਮਾਨਿਆ ਹੈ, ਸਭ ਦੇ ਮਨਾਂ ਵਿੱਚ ਮੰਨਣੇ ਯੋਗ ਹੋ। ਜਿਹੜੇ ਤੇਰੇ ਸੰਤ ਨੇ ਉਹ ਤੈਨੂੰ ਆਪਣੇ ਮਨ ਕਰਕੇ ਮੰਨਦੇ ਹਨ। ਹੋਰ ਸੰਸਾਰ ਤਾਂ ਉੱਤੋਂ ਉੱਤੋਂ ਮੰਨਦਾ ਹੈ, ਪਰ ਜਿਹੜੇ ਤੇਰੇ ਪਿਆਰੇ ਨੇ, ਤੇਰੇ ਭਗਤ ਨੇ, ਉਹ ਤੈਨੂੰ ਮਨ ਕਰਕੇ ਮੰਨਦੇ ਹਨ। ਜਗ ਜਾਣਿਆ ਹੈ ਜਗਤ ਨੂੰ ਜਾਣਨ ਵਾਲਾ ਹੈ, ਜਗ ਜਾਣਿਆ ਹੈ। ਜਨਨ ਜਗ ਨੂੰ ਪੈਦਾ ਕਰਨ ਵਾਲਾ ਹੈ ਆਪ ਜੀ। ਸਰਬੰ ਭਰ ਹੈ ਸਾਰਿਆਂ ਦੀ ਪੂਰਤੀ ਕਰਨ ਵਾਲਾ ਹੈ। ਸਰਬੰ ਕਰ ਹੈ ਸਾਰਿਆਂ ਦੀ ਉਤਪਤੀ ਕਰਨ ਵਾਲਾ ਹੈ। ਆਪ ਜੀ ਨੂੰ ਨਮਸਕਾਰ ਹੈ। ਸਰਬ ਪਾਸਾ ਹੈ ਆਪ ਜੀ ਸਾਰਿਆਂ ਦੇ ਨਜ਼ਦੀਕ ਹੋ, ਸਾਰਿਆਂ ਦੇ ਸਾਥੀ ਹੋ। ਸਰਬ ਨਾਸਾ ਹੈ ਸਾਰਿਆਂ ਨੂੰ ਆਪ ਜੀ ਨਾਸ਼ ਕਰਨ ਵਾਲੇ ਹੋ। ਕਰੁਣਾ ਕਰ ਹੈ ਸਾਰਿਆਂ ਦੇ ਆਪ ਜੀ ਕਿਰਪਾ ਕਰਨ ਵਾਲੇ ਹੋ। ਕਰੁਣਾ ਕਰ ਹੈ, ਕਿਰਪਾ ਦੀ ਆਕਰ। ਆਪ ਜੀ ਕਿਰਪਾ ਦੀ ਖਾਨ ਹੋ। ਵਿਸ਼ੰਭਰ ਹੈ ਵਿਸ਼ੰਭਰ ਹੈ, ਸੰਸਾਰ ਨੂੰ ਭਰਨ ਵਾਲੇ ਹੋ ਆਪ ਜੀ। ਸਰਵੇਸ਼ਵਰ ਹੈ ਆਪ ਜੀ ਸਾਰਿਆਂ ਦੇ ਈਸ਼ਰ ਹੋ, ਸਾਰਿਆਂ ਤੋਂ ਵੱਡੇ ਹੋ। ਜਗਤੀਸ਼ਵਰ ਹੈ ਜਗਤ ਦਾ ਈਸ਼ਰ ਰੂਪ ਹੋ ਆਪ ਜੀ। ਜੋ ਸਾਰੀ ਐਸ਼ਵਰਜ ਵਿਭੂਤੀ ਸੰਯੁਕਤ ਹੋ ਆਪ ਜੀ। ਜਿੰਨੇ ਵੀ ਵਿਭੂਤੀਆਂ ਨੇ, ਦੈਵੀ ਸੰਪਦਾ ਹੈ ਜਾਂ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣ ਨੇ ਜਾਂ ਰਿੱਧੀਆਂ ਸਿੱਧੀਆਂ ਨੇ, ਸਾਰੀ ਵਿਭੂਤੀ ਆਪ ਜੀ ਦੀ ਹੈ। ਬ੍ਰਹਮੰਡਸ ਹੈ ਬ੍ਰਹਮੰਡਸ ਹੈ, ਬ੍ਰਹਮੰਡਾਂ ਦਾ ਆਪ ਜੀ ਈਸ਼ਰ ਹੋ। ਬ੍ਰਹਮਾ ਤੇ ਬ੍ਰਹਮੰਡ ਆਪ ਦਾ ਈਸ਼ਰ ਹੋ।
ਜੋ ਬ੍ਰਹਮਾ ਨੇ ਬ੍ਰਹਿਮੰਡ ਰਚੇ ਨੇ, ਬ੍ਰਹਮਾ ਨੂੰ ਸ੍ਰਿਸ਼ਟੀ ਸਾਜਣ ਲਾਇਆ ਹੈ, ਅਤੇ ਬ੍ਰਹਮਾ ਅਤੇ ਜਿੰਨੇ ਬ੍ਰਹਿਮੰਡ ਨੇ ਸਾਰਿਆਂ ਵਿੱਚ ਆਪ ਜੀ ਦੀ ਅੰਸ਼ ਹੈ ਚੇਤਨ ਸੱਤਾ ਰੂਪ। ਆਪ ਜੀ ਸਾਰਿਆਂ ਨੂੰ ਚੇਤਨ ਸੱਤਾ ਦੀ ਅੰਸ਼ ਰੂਪ ਚੇਤਨ ਸੱਤਾ ਦਿੰਦੇ ਹੋ, ਅੰਸ਼ ਰੱਖੀ ਹੈ। ਬ੍ਰਹਿਮੰਡਾਂ ਦਾ ਵੀ ਆਪ ਜੀ ਆਸਰਾ ਰੂਪ ਹੋ। ਖਲ ਖੰਡ ਸਹੈ ਮੂਰਖਾਂ ਨੂੰ ਆਪ ਜੀ ਕੱਟਣ ਵਾਲੇ ਹੋ। ਖਲ ਕਹਿੰਦੇ ਨੇ ਨਿਸ਼ਚੇ ਕਰਕੇ ਜੋ 9 ਖੰਡ ਨੇ, 9 ਖੰਡਾਂ ਦੇ ਆਪ ਜੀ ਮਾਲਕ ਹੋ। ਪਰਤੇ ਪਰ ਹੈ ਪਰ ਤੇ ਪਰ ਹੈ, ਬ੍ਰਹਮਾ ਵਿਸ਼ਨੂੰ ਤੋਂ ਪ੍ਰਕਿਰਤੀ ਤੋਂ ਆਪ ਜੀ ਪਰੇ ਹੋ। ਆਪ ਜੀ ਪਾਰਾਵਾਰ ਹੈ, ਆਪ ਜੀ ਦਾ ਜੋ ਪਾਰਾਵਾਰ ਤੋਂ ਆਪ ਜੀ ਰਹਿਤ ਹੋ। ਕਰੁਣਾਕਰ ਹੈ ਕਰੁਣਾਕਰ ਹੈ, ਆਪ ਜੀ ਕਰੁਣਾ ਦੇ ਘਰ ਹੋ। ਆਪ ਜੀ ਕਿਰਪਾ ਦੇ ਖਜ਼ਾਨੇ ਹੋ, ਕਿਰਪਾ ਕਰਨ ਵਾਲੇ ਹੋ। ਅਜਪਾ ਜਪ ਹੈ ਆਪ ਜੀ ਜਪਣ ਤੋਂ ਅਜਪ ਹੋ। ਕੋਈ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਜਪਦਾ ਹਾਂ, ਆਪ ਹੀ ਜਪਾਉਣ ਵਾਲੇ ਹੋ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਕਿਉਂਕਿ ਆਪ ਜੀ ਜਪਣ ਦਾ ਵਿਸ਼ਾ ਨਹੀਂ ਹੋ, ਆਪ ਜੀ ਅਜਪ ਹੋ। ਅਜਪਾ ਜਪ ਹੈ, ਸਭ ਦੁਨੀਆ ਆਪ ਨੂੰ ਜਪਦੀ ਹੈ, ਪਰ ਜਾਪ ਦਾ ਆਪ ਜੀ ਵਿਸ਼ਾ ਨਹੀਂ ਹੋ। ਜੋ ਬਿਨ ਜਿਹਵਾ ਜੋ ਜਪੈ ਹਿਆਉ, ਜਿਹੜੇ ਜੋ ਬਿਨਾਂ ਜ਼ੁਬਾਨ ਤੋਂ ਜਪਦੇ ਹਨ ਉਹਨਾਂ ਦੇ ਪਾਪਾਂ ਨੂੰ ਜ਼ਬਤ ਕਰਦੇ ਹੋ। ਜਿਵੇਂ ਆਪ ਜੀ ਦੇ ਗੁਰਮੁਖ ਪਿਆਰੇ ਨੇ, ਭਗਤ ਨੇ, ਜਿਵੇਂ ਬੈਖਰੀ ਬਾਣੀ, ਮਧਮਾ ਬਾਣੀ, ਬਸੰਤਾ ਬਾਣੀ, ਪਰਾ ਬਾਣੀ। ਜਿਵੇਂ ਪਹਿਲੇ ਕੋਈ ਬੋਲ ਕੇ ਜਪਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਕੰਨਾਂ ਥਾਈਂ ਸੁਣਦਾ ਹੈ। ਉਸ ਤੋਂ ਬਾਅਦ ਫਿਰ ਜਦੋਂ ਇਸ ਤਰ੍ਹਾਂ ਮਨ ਟਿਕਾ ਕੇ ਜਪਦਾ ਹੈ, ਫਿਰ ਜਾਪ ਮਧਮਾ ਬਾਣੀ 'ਚ ਕੰਠ ਵਿੱਚ ਚਲਾ ਜਾਂਦਾ ਹੈ। ਉੱਥੇ ਫਿਰ ਨਾ ਜੀਭ ਹਿਲਾਉਣ ਦੀ ਲੋੜ ਪੈਂਦੀ ਹੈ, ਨਾ ਬੁੱਲ੍ਹ ਹਿਲਾਉਣ ਦੀ ਲੋੜ ਪੈਂਦੀ ਹੈ। ਫਿਰ ਕੰਠ ਵਿੱਚ ਆਪ ਹੀ ਜਾਪ ਹੁੰਦਾ ਹੈ। ਉਸ ਤੋਂ ਬਾਅਦ ਹਿਰਦੇ 'ਚ ਜਾਪ ਜਾਂਦਾ ਹੈ। ਹਿਰਦੇ ਤੋਂ ਬਾਅਦ ਫਿਰ ਪਰਾ ਬਾਣੀ ਜੋ ਨਾਭੀ ਹੈ, ਉੱਥੇ ਫਿਰ ਜਾਪ ਆਟੋਮੈਟਿਕਲੀ ਹੋਣ ਲੱਗਦਾ ਹੈ। ਜਿਵੇਂ ਸੋਮਾ ਵਗਦਾ ਹੈ ਨਾ, ਪਹਾੜਾਂ ਵਿੱਚੋਂ ਸੋਮਾ ਕੋਈ ਪਾਣੀ ਦਾ ਵਗਦਾ ਹੈ, ਇਸੇ ਤਰ੍ਹਾਂ ਨਿਰੰਤਰ ਉਹ ਜਾਪ ਹੋਈ ਜਾਂਦਾ ਹੈ। ਫਿਰ ਨਾਭੀ 'ਚੋਂ ਸਾਰੇ ਸਰੀਰ ਵਿੱਚ ਜਾਪ, ਕੱਲੀ ਕੱਲੀ ਨਾੜੀ ਫਿਰ ਜਾਪ ਕਰਦੀ ਹੈ, ਜਿਹਨੂੰ ਗੁਰਬਾਣੀ 'ਚ ਕਿਹਾ ਹੈ ਗੁਰਮੁਖ ਰੋਮ ਰੋਮ ਹਰਿ ਧਿਆਵੈ। ਫਿਰ ਗੁਰਮੁਖ ਪਿਆਰਿਆਂ ਦਾ ਰੋਮ ਰੋਮ ਵਾਹਿਗੁਰੂ ਜਪਦਾ ਹੈ। ਐਸੇ ਜੋ ਗੁਰਮੁਖ ਪਿਆਰੇ ਨੇ ਉਹਨਾਂ ਦੇ ਪਾਪਾਂ ਨੂੰ ਤੁਸੀਂ ਜ਼ਬਤ ਕਰ ਲੈਂਦੇ ਹੋ, ਉਹਨਾਂ ਦੇ ਪਾਪਾਂ ਨੂੰ ਨਾਸ਼ ਕਰ ਲੈਂਦੇ ਹੋ, ਦੂਰ ਕਰ ਦਿੰਦੇ ਹੋ। ਆਪ ਜੀ ਇੱਕ ਰਸ ਜਪਣ ਯੋਗ ਹੋ, ਆਪ ਜੀ ਅਜਪ ਹੋ। ਅੱਜ ਕਹਿੰਦੇ ਨੇ ਬ੍ਰਹਮਾ ਨੂੰ, ਜੋ ਬ੍ਰਹਮਾ ਏ ਇਹ ਵੀ ਤੇਰਾ ਨਾਮ ਜਪਦਾ ਹੈ। ਅਜਪਾ ਜਾਪ ਤੇਰਾ ਸੋਹੰਗ ਮੰਤਰ ਹੈ। ਸੋ ਕਹਿੰਦੇ ਨੇ ਉਹ ਪਦ ਦਾ ਲੱਖ ਅਰਥ ਈਸ਼ਰ, ਅਤੇ ਹੰ ਕਹਿੰਦੇ ਨੇ ਜੋ ਤਵੰਗ ਪਦ ਦਾ ਲੱਖ ਅਰਥ ਹੈ ਉਹ ਹੈ ਜੀਵ। ਈਸ਼ਰ ਅਤੇ ਮੈਂ, ਭਾਵ ਕਿ ਈਸ਼ਰ ਅਤੇ ਜੀਵ ਇੱਕ ਹੀ ਹੈ। ਵਾਚ ਵਾਚ ਅਰਥ ਤਿਆਗ ਕੇ ਉਸਦੀ ਸਰਬੱਗਤਾ, ਮਤਲਬ ਜੀਵ ਦੀ ਜੋ ਅਲਪਗਤਾ ਹੈ, ਈਸ਼ਰ ਦੀ ਸਰਬੱਗਤਾ ਹੈ, ਜਦੋਂ ਇਹਨੂੰ ਛੱਡ ਦਈਏ ਫਿਰ ਲੱਖ ਲੱਖ ਭਾਗ ਬ੍ਰਹਮ ਦੀ ਅੰਸ਼ ਹੋਣ 'ਤੇ ਇੱਕ ਹੀ ਸਰੂਪ ਹੈ। ਭਾਵ ਕਿ ਆਪਣੇ ਆਪ ਨੂੰ ਇੱਕ ਜਾਣਨਾ ਕਿ ਜੀਵ ਈਸ ਏਕ ਹੈ, ਇੱਕ ਜਾਣਨਾ, ਉਹਨੂੰ ਕਹਿੰਦੇ ਨੇ ਸੋਹੰਗ, ਉਹਨੂੰ ਸੋਹੰਗ ਮੰਤਰ ਆਖਦੇ ਨੇ। ਸੱਚੇ ਪਾਤਸ਼ਾਹ ਜੀਓ, ਤੂੰ ਜਪਣ ਤੋਂ, ਜਪਣਾ ਤੇਰਾ ਵਿਸ਼ਾ ਨਹੀਂ ਹੈ, ਆਪ ਜੀ ਦਾ ਵਿਸ਼ਾ ਨਹੀਂ ਹੈ ਜਪਣਾ। ਆਪ ਜੀ ਕਿਸੇ ਨੂੰ ਨਹੀਂ ਜਪਦੇ, ਸਗੋਂ ਸਾਰਾ ਸੰਸਾਰ ਆਪ ਜੀ ਨੂੰ ਜਪਦਾ ਹੈ। ਜਿਹੜਾ ਆਪ ਜੀ ਦਾ ਜਾਪ ਕਰਦਾ ਹੈ, ਆਪ ਜੀ ਉਹਦੇ ਪਾਪਾਂ ਨੂੰ ਜ਼ਬਤ ਕਰ ਲੈਂਦੇ ਹੋ। ਅਥਪਾ ਥਪ ਹੈ ਅਥਪਾ ਥਪ ਹੈ, ਅਥਪਾ ਨੂੰ ਵੀ ਥੱਪਣ ਵਾਲੇ ਹੋ ਆਪ ਜੀ। ਆਪ ਜੀ ਕਿਸੇ ਦੁਆਰਾ ਥਾਪੇ ਨਹੀਂ ਜਾਂਦੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਸਗੋਂ ਆਪ ਜੀ ਸਾਰਿਆਂ ਨੂੰ ਥਾਪਣ ਵਾਲੇ ਹੋ, ਅਸਿੱਧ ਕਰਨ ਵਾਲੇ ਹੋ। ਕਿਸੇ ਦੀ ਪੂਜਾ ਨਹੀਂ ਕਰਦੇ, ਸਾਰੇ ਆਪ ਜੀ ਦੀ ਪੂਜਾ ਕਰਦੇ ਹਨ। ਕ੍ਰਿਤਾ ਕ੍ਰਿਤ ਹੈ ਸਭ ਅਕ੍ਰਿਤ ਆਕਾਰਾਂ ਦੇ ਆਪ ਜੀ ਕਰਨ ਵਾਲੇ ਹੋ, ਅਤੇ ਆਪ ਕ੍ਰਿਤ ਤੋਂ ਰਹਿਤ ਹੋ, ਕਿਸੇ ਦਾ ਕੀਤਾ ਹੋਇਆ ਨਹੀਂ ਹੈ। ਸਭ ਤੇਰੀ ਕੀਰਤੀ ਕਰਦੇ ਹਨ, ਪਰ ਤੂੰ ਕਿਸੇ ਦੀ ਕੀਰਤੀ ਨਹੀਂ ਕਰਦਾ। ਸਾਰੇ ਆਕਾਰਾਂ ਵਿੱਚ ਤੇਰਾ ਆਕਾਰ ਰੂਪ ਹੈ, ਜੋ ਕਿਸੇ ਤੋਂ ਨਹੀਂ ਹੋ ਸਕਦਾ, ਅਕ੍ਰਿਤਾ ਕ੍ਰਿਤ ਹੈ।
ਉਹ ਔਖੇ ਤੋਂ ਔਖਾ ਕੰਮ ਤੂੰ ਕਰਨ ਵਾਲਾ ਹੈ। ਅੰਮ੍ਰਿਤਾ ਅੰਮ੍ਰਿਤ ਹੈ। ਮ੍ਰਿਤੂ ਹੋ ਜਾਣ ਵਾਲਿਆਂ ਨੂੰ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ। ਜਿਵੇਂ ਅੰਮ੍ਰਿਤ ਦੀ ਸ਼ਕਤੀ ਬਾਬਾ ਦੀਪ ਸਿੰਘ ਜੀ ਸੀਸ ਵੱਖ ਹੋ ਗਿਆ, ਤਾਂ ਵੀ ਅੰਮ੍ਰਿਤ ਦੀ ਸ਼ਕਤੀ ਐਸੀ ਹੈ ਕਿ ਬਿਨਾਂ ਸੀਸ ਤੋਂ ਹੀ ਲੜੀ ਜਾਂਦੇ ਨੇ। ਮੁਗਲ ਡਰ ਕੇ ਭੱਜ ਕੇ ਕਿ ਇਹ ਤਾਂ ਜਿਉਂਦੇ ਜੀ ਨਹੀਂ ਸਾਤੋਂ ਹਰਾਏ ਜਾਂਦੇ, ਹੁਣ ਤਾਂ ਸਿੰਘ ਮਰ ਕੇ ਵੀ ਲੜੀ ਜਾਂਦੇ ਨੇ, ਬਿਨਾਂ ਸੀਸ ਤੋਂ ਵੀ ਲੜੀ ਜਾਂਦੇ ਨੇ। ਜਿਹੜੇ ਮਰਨ ਵਾਲਿਆਂ ਵਿੱਚ ਵੀ ਜੋ ਸ਼ਕਤੀ ਪਾ ਦੇਵੇ, ਜਿਹੜੇ ਮਰ ਜਾਣ ਉਹਨਾਂ ਵਿੱਚ ਵੀ ਜਿਹੜੇ ਸ਼ਕਤੀ ਪਾ ਦੇਵੇ, ਤਾਂ ਹੀ ਅਮਰ ਸ਼ਹੀਦ ਕਹਾਏ ਨੇ। ਬਾਬਾ ਦੀਪ ਸਿੰਘ ਜੀ ਸ਼ਹੀਦ ਹੋ ਕੇ ਵੀ ਸੀਸ ਵੱਖਰਾ ਹੋ ਗਿਆ ਤਾਂ ਵੀ ਜੰਗ ਕਰਦੇ ਨੇ। ਅੰਮ੍ਰਿਤਾ ਅੰਮ੍ਰਿਤ ਹੈ। ਜੋ ਦੇਵਤੇ ਆਪਣੇ ਆਪ ਨੂੰ ਅਮਰ ਕਹਾਉਂਦੇ ਹਨ, ਉਹਨਾਂ ਨੂੰ ਵੀ ਮਾਰਨ ਵਾਲਾ ਹੈ। ਆਪ ਜੀ ਮੌਤ ਤੋਂ ਰਹਿਤ ਹੋ। ਅੰਮ੍ਰਿਤਾ ਅੰਮ੍ਰਿਤ ਹੈ। ਅੰਮ੍ਰਿਤਾ ਅੰਮ੍ਰਿਤ ਹੈ। ਆਪ ਜੀ ਨੂੰ ਕੋਈ ਮਾਰ ਨਹੀਂ ਸਕਦਾ। ਅੰਮ੍ਰਿਤਾ ਅੰਮ੍ਰਿਤ ਹੈ। ਜਿਹੜੇ ਆਪਣੇ ਆਪ ਵਿੱਚ ਦਾਅਵਾ ਕਰਦੇ ਨੇ ਕਿ ਅਸੀਂ ਮਰ ਨਹੀਂ ਸਕਦੇ, ਸਾਨੂੰ ਮੌਤ ਨਹੀਂ ਆ ਸਕਦੀ, ਹਰਨਾਕਸ਼ ਵਰਗੇ, ਉਹਨਾਂ ਨੂੰ ਵੀ ਆਪ ਜੀ ਅੰਮ੍ਰਿਤਾ ਅੰਮ੍ਰਿਤ ਹੈ। ਉਹਨਾਂ ਦੀ ਵੀ ਮ੍ਰਿਤੂ ਦਾ ਤੁਸੀਂ ਕਾਰਨ ਹੋ, ਉਹਨਾਂ ਨੂੰ ਵੀ ਤੁਸੀਂ ਮਾਰਨ ਵਾਲੇ ਹੋ। ਕਰੁਣਾ ਕ੍ਰਿਤ ਹੈ। ਆਪ ਜੀ ਕਰੁਣਾ ਦੇ ਕਰਨ ਵਾਲੇ ਹੋ, ਦਿਆਲਤਾ ਕਰਨ ਵਾਲੇ ਹੋ। ਅਕ੍ਰਿਤਾ ਕ੍ਰਿਤ ਹੈ। ਨਾ ਕੀਤੇ ਜਾਣ ਵਾਲੇ ਕੰਮਾਂ ਨੂੰ ਵੀ ਕਰ ਦਿੰਦੇ ਹੋ, ਕਰਦੇ ਹੋਏ ਵੀ ਆਪ ਅਕਰੇ ਹੋ। ਮਾਇਆ ਤੋਂ ਸਭ ਕੁਝ ਕਰਾਈ ਜਾਂਦੇ ਹੋ। ਧਰਨੀ ਧਰਤ ਹੈ। ਧਰਤੀ ਦੇ ਧਾਰਨ ਵਾਲੇ ਹੋ, ਰਖਕ ਹੋ। ਅਮਤੀਸਵਰ ਹੈ। ਅਮਿਤੋ ਮਰਿਆਦਾ ਤੋਂ ਆਪ ਜੀ ਰਹਿਤ ਹੋ। ਐਸੇ ਈਸ਼ਰ ਹੋ, ਮਿਣਤੀ ਤੋਂ ਰਹਿਤ ਹੋ, ਈਸ਼ਰ ਰੂਪ ਹੋ। ਪਰਮੇਸ਼ਵਰ ਹੈ। ਆਪ ਜੀ ਪਰਮ ਈਸ਼ਰ ਹੋ, ਵੱਡੇ ਮਹਾਨ ਹੋ। ਅਕ੍ਰਿਤਾ ਕ੍ਰਿਤ ਹੈ। ਅਕ੍ਰਿਤਾ ਕ੍ਰਿਤ ਹੈ। ਅਕ੍ਰਿਤ ਆਕਾਰਾਂ ਦਾ ਜੋ ਕ੍ਰਿਤ, ਆਪ ਜੀ ਆਸਰਾ ਰੂਪ ਹੋ। ਅਕ੍ਰਿਤ ਮਾਇਆ ਵਿੱਚ ਵੀ ਆਪ ਜੀ ਚੇਤਨ ਸੱਤਾ ਪਾ ਕੇ ਕ੍ਰਿਤ ਜਗਤ ਨੂੰ ਕਰਨ ਵਾਲੇ ਆਪ ਹੋ। ਜਿਹੜੀ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ, ਪੈਦਾ ਕੀਤੀ ਹੋਈ ਹੈ, ਇਹ ਸਾਰੀ ਤੂੰ ਰਚੀ ਹੈ, ਪਰ ਤੂੰ ਕਿਸੇ ਦਾ ਕੀਤਾ ਹੋਇਆ ਨਹੀਂ ਹੈ, ਤੈਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਅੰਮ੍ਰਿਤਾ ਅੰਮ੍ਰਿਤ ਹੈ। ਜੋ ਆਪਣੇ ਆਪ ਨੂੰ ਮੌਤ ਤੋਂ ਰਹਿਤ ਸਮਝਦੇ ਹਨ, ਉਹਨਾਂ ਨੂੰ ਵੀ ਤੁਸੀਂ ਮਾਰਨ ਵਾਲੇ ਹੋ। ਆਪ ਜੀ ਅੰਮ੍ਰਿਤ ਵਿੱਚ ਅੰਮ੍ਰਿਤ ਰੂਪ ਹੋ। ਅਜਵਾ ਕ੍ਰਿਤ ਹੈ। ਆਪ ਦੇ ਕੰਮ ਅਸਚਰਜ ਹਨ। ਤੇਰੀ ਮੁਕਤੀ ਜੋ ਹੈ ਅਸਚਰਜ ਹੈ, ਤੂੰ ਵੀ ਪਰਮਾਤਮਾ ਅਸਚਰਜ ਹੈ। ਜੋ ਆਪ ਜੀ ਦੀ ਕੀਰਤੀ ਹੈ, ਜੋ ਜਸ ਹੈ, ਉਹ ਵੀ ਅਸਚਰਜ ਹੈ। ਆਪ ਜੀ ਦੇ ਕੰਮ ਵੀ ਅਸਚਰਜ ਨੇ। ਅੰਮ੍ਰਿਤਾ ਅੰਮ੍ਰਿਤ ਹੈ। ਆਪ ਜੀ ਮਰਿਆ ਨੂੰ ਵੀ ਜਿਉਂਦੇ ਕਰਨ ਵਾਲੇ ਹੋ। ਅੰਮ੍ਰਿਤਾ ਅੰਮ੍ਰਿਤ ਹੈ। ਆਪ ਜੀ ਮੌਤ ਤੋਂ ਰਹਿਤ ਹੋ, ਅੰਮ੍ਰਿਤ ਵਿੱਚ ਅੰਮ੍ਰਿਤ ਰੂਪ ਹੋ। ਨਰਨਾਇਕ ਹੈ। ਨਰ ਨਾਇਕ ਹੈ। ਨਰਾ ਆਦਿ ਕਾ ਅੰਦਰ ਉਹਨਾਂ ਦੇ ਆਪ ਜੀ ਨਾਇਕ ਹੋ, ਨਿਯੰਤਾ ਰੂਪ ਹੋ, ਪ੍ਰੇਰਕ ਹੋ। ਆਪ ਜੀ ਸ਼੍ਰੋਮਣੀ ਹੋ। ਜਿਹੜਾ ਨਾਇਕ ਹੁੰਦਾ ਹੈ ਪ੍ਰੇਰਨਾ ਦਿੰਦਾ ਹੈ। ਆਪ ਜੀ ਸਾਰਿਆਂ ਨਰਾਂ ਨੂੰ ਪ੍ਰੇਰਨਾ ਦਿੰਦੇ ਹੋ, ਪ੍ਰੇਰਕ ਹੋ। ਖਲਕਾਇਕ ਹੈ। ਖਲਕਾਇਕ ਹੈ। ਮੂਰਖਾਂ ਨੂੰ ਆਪ ਜੀ ਮਾਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਸੰਪਰ ਹੈ। ਸਾਰੇ ਸੰਸਾਰ ਨੂੰ ਭਰਨ ਵਾਲੇ ਹੋ ਆਪ ਜੀ। ਪ੍ਰਣਾਲ ਹੈ। ਆਪ ਜੀ ਦਿਆਲਤਾ ਦੇ ਘਰ ਹੋ, ਕਿਰਪਾ ਦੇ ਘਰ ਹੋ। ਨ੍ਰਿਪ ਨਾਇਕ ਹੈ। ਨ੍ਰਿਪ ਕਹਿੰਦੇ ਨੇ ਰਾਜੇ ਨੂੰ, ਨਾਇਕ ਕਹਿੰਦੇ ਨੇ ਜੋ ਮਾਲਕ ਹੈ। ਆਪ ਜੀ ਸਾਰੇ ਰਾਜਿਆਂ ਦੇ ਮਾਲਕ ਹੋ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਆਪ ਜੀ ਮਹਾਰਾਜਿਆਂ ਦੇ ਵੀ ਮਹਾਰਾਜਾ ਹੋ। ਹੁਣ ਨਿਰਪ ਰਾਜਾ, ਇਹ ਮਨ ਵੀ ਰਾਜਾ ਹੈ। ਗੁਰਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ। ਕਦੇ ਜਿਹੜਾ ਮਨ ਆਪਣੇ ਆਪ ਨੂੰ ਰਾਜਾ ਸੁਲਤਾਨ ਬਣੀ ਬੈਠਾ ਹੈ, ਗੁਰਬਿਨ ਕਿਨ ਸਮਝਾਈਐ, ਗੁਰਾਂ ਤੋਂ ਬਿਨਾਂ ਇਹਨੂੰ ਕੋਈ ਸਮਝਾ ਨਹੀਂ ਸਕਦਾ। ਜੋ ਮਨ ਰੂਪੀ ਰਾਜਾ ਹੈ, ਇਹਦੇ ਵੀ ਆਪ ਜੀ ਨਾਇਕ ਹੋ, ਸੁਲਤਾਨ ਹੋ, ਰਾਜੇ ਹੋ, ਮਾਲਕ ਹੋ। ਸਰਬ ਪਾਇਕ ਹੈ। ਸਭ ਆਪ ਦੇ ਪਾਇਕ, ਪਾਏ ਕਹਿੰਦੇ ਨੇ ਚਰਨਾਂ ਨੂੰ। ਸਭ ਆਪ ਕੇ ਪਾਇਕ, ਆਪ ਜੀ ਦੇ ਦਾਸ ਹਨ ਸਾਰੇ। ਆਪ ਸਭ ਦੀ ਪਾਇਕ ਪਾਲਣਾ ਕਰਨ ਵਾਲੇ ਹੋ। ਜੋ ਪਾਉਣ ਦੇਵਤੇ ਸਭ ਆਪ ਜੀ ਦੇ ਸੇਵਕ ਹਨ, ਪਾਇਕ ਹਨ, ਪਾ ਲੈਣਾ ਕਰਦੇ ਹਨ ਆਪ ਜੀ ਨੂੰ। ਭਵ ਭੰਜਨ ਹੈ। ਆਪ ਜੀ ਭੈ ਨੂੰ ਭੰਨਣ ਵਾਲੇ ਹੋ, ਕਲਿਆਣ ਸਰੂਪ ਹੋ। ਹਰ ਗੰਜਨ ਹੈ। ਵੈਰੀਆਂ ਨੂੰ ਕੱਟਣ ਵਾਲੇ ਹੋ ਆਪ ਜੀ। ਰਿਪ ਤਾਪਨ ਹੈ। ਆਪ ਜੀ ਵੈਰੀਆਂ ਨੂੰ ਤਪਾਉਣ ਵਾਲੇ ਹੋ। ਜਪ ਜਾਪਨ ਹੈ। ਆਪ ਜੀ ਜਪੀਆਂ ਵਿੱਚ ਜਪੀ ਹੋ। ਆਪ ਜਪਣੇ ਯੋਗ ਹੋ। ਜਪਣ ਵਾਲੀਆਂ ਵਾਲੀ ਚੀਜ਼ਾਂ ਵਿੱਚ ਤੂੰ ਜਾਣਿਆ ਜਾਂਦਾ ਹੈ। ਅਕਲੰਕ੍ਰਿਤ ਹੈ। ਅਕਲੰਕ੍ਰਿਤ ਹੈ। ਅਕਲੰਕ ਕਹਿੰਦੇ
ਕਲਪਨਾ ਤੋਂ ਆਪ ਜੀ ਰਹਿਤ ਹੋ, ਕ੍ਰਿਤ ਸਭ ਨੂੰ ਕਰਨ ਵਾਲੇ ਹੋ। ਕਰਤਾ ਰੂਪ ਹੋ ਕੇ ਜਗਤ ਨੂੰ ਕਰੀ ਜਾਂਦੇ ਹੋ, ਕਰਨ ਵਾਲੇ ਹੋ। ਕਰਤਾ ਰੂਪ ਹੋ ਕੇ ਆਪ ਜੀ ਜਗਤ ਨੂੰ ਤਾਂ ਕਰਦੇ ਹੀ ਹੋ। ਕ੍ਰਿਤ ਮਹਿਮਾ ਜੋ ਕੀਰਤੀ ਰੂਪ ਹੋ ਕੇ ਆਪ ਜੀ ਵਿਰਾਜ ਰਹੇ ਹੋ। ਸਰਬਾ ਕ੍ਰਿਤ ਸਾਰਿਆਂ ਨੂੰ ਆਪ ਜੀ ਰਚਣ ਵਾਲੇ ਹੋ, ਸਾਰੇ ਤੇਰੀ ਕੀਰਤੀ ਕਰਦੇ ਹਨ। ਕਰਤਾ ਕਰ ਹੈ ਜੋ ਕਰਤਾ ਸ੍ਰਿਸ਼ਟੀ ਦਾ ਕਰਨ ਵਾਲਾ, ਜੋ ਬ੍ਰਹਮੇ ਕੋਟ ਬ੍ਰਹਮੇ ਜਗ ਸਾਜਣ ਲਾਏ, ਉਹਨਾਂ ਬ੍ਰਹਮਾ ਨੂੰ ਵੀ, ਜਿੰਨੇ ਵੀ ਬ੍ਰਹਮੇ ਨੇ ਆਪ ਜੀ ਉਹਨਾਂ ਦੇ ਵੀ ਕਰਨ ਵਾਲੇ ਹੋ, ਰਚਣ ਵਾਲੇ ਹੋ। ਹਰਤਾ ਹਰ ਹੈ ਜੋ ਸ਼ਿਵ ਜੀ ਹੈ, ਹਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ, ਲੈਅ ਕਰਨ ਵਾਲਾ ਹੈ। ਆਪ ਜੀ ਸ਼ਿਵ ਜੀ ਨੂੰ ਵੀ ਹਰਨ ਵਾਲੇ ਹੋ। ਆਪ ਜੀ ਜਗਤ ਨੂੰ ਹਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਹਰਤਾ ਹਰ ਹੈ, ਸਾਰੇ ਜਗ ਨੂੰ ਹਰੇ ਭਰੇ ਕਰਨ ਵਾਲੇ ਹੋ। ਪਰਮਾਤਮਾ ਹੈ ਪਰਮਾਤਮਾ ਹੈ, ਆਪ ਜੀ ਪਰਮ ਆਤਮਾ ਹੋ, ਆਤਮ ਸਰੂਪ ਹੋ। ਸਰਬ ਆਤਮਾ ਹੈ ਸਾਰਿਆਂ ਵਿੱਚ ਆਪ ਜੀ ਦਾ ਹੀ ਰੂਪ ਹੈ, ਸਰਬ ਰੂਪ ਹੋ ਰਹੇ ਹੋ ਆਪ ਜੀ। ਆਤਮ ਵਸ ਹੈ ਸਭ ਦੇ ਮਨਾਂ ਵਿੱਚ ਵਸ ਰਿਹਾ ਹੈ ਤੇ ਸਭ ਦੀ ਆਤਮਾ ਨੂੰ, ਆਤਮ ਨੂੰ ਵਸ ਵਿੱਚ ਕਰਨ ਵਾਲੇ ਵੀ ਆਪ ਜੀ ਹੋ। ਜਸ ਕੇ ਜਸ ਹੈ ਜਾਸਾਂ ਵਿੱਚ ਆਪ ਜੀ ਜਸ ਰੂਪ ਹੋ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਤੇਰੀ ਉਪਮਾ ਕੋਈ ਦੇ ਨਹੀਂ ਸਕਦਾ। ਕੋਈ ਉਪਮਾਨ ਉਪਮੇय ਕਰਕੇ ਤੇਰੀ ਉਪਮਾ ਨਹੀਂ ਦੇ ਸਕਦਾ। ਆਪ ਜੀ ਐਸੇ ਹੋ, ਜਸਾਂ ਵਿੱਚ ਜਸ ਰੂਪ ਹੋ ਆਪ ਜੀ। ਕੀਰਤਨ ਅੰਦਰ ਕੀਰਤਨ ਰੂਪ ਹੋ। ਜੋ ਜਸ ਕਰਦੇ ਹਨ ਉਹ ਜਸ ਦੇ ਸਹਿਤ ਹੋ ਜਾਂਦੇ ਹਨ। ਜਸ ਵਾਲਿਆਂ ਵਿੱਚ ਆਪ ਜੀ ਦਾ ਜਸ ਹੈ। ਭੁਜੰਗ ਪ੍ਰਿਆਤ ਛੰਦ ਭੁਜੰਗ ਪ੍ਰਿਆਤ ਛੰਦ, ਸੱਪ ਦੀ ਚਾਲ ਪ੍ਰਿਆਤ ਕਹਿੰਦੇ ਨੇ ਚਾਲ ਨੂੰ, ਜੋ ਛੰਦ ਹੈ। ਨਮੋ ਸੂਰਜ ਸੂਰਜੇ ਜੋ ਸੂਰਜਾਂ ਦੇ ਵੀ ਸੂਰਜ ਪ੍ਰਕਾਸ਼ ਰੂਪ ਹਨ। ਜੋ ਸੂਰਜ ਮੇ ਵੀ ਸੂਰਜ ਪੁਣਾ, ਜੋ ਉਸਦਾ ਹੈ, ਜੋ ਦੇਣ ਵਾਲੇ ਹੈ। ਸੂਰਜ ਅੰਦਰ ਸੂਰਜ ਰੂਪ ਹੋ ਕੇ ਆਪ ਜੀ ਵਰਤਦੇ ਹੋ। ਆਪ ਜੀ ਨੂੰ ਨਮੋ ਨਮਸਕਾਰ ਹੈ। ਸੂਰਜ ਅੰਦਰ ਵੀ ਤੇਰੀ ਚੇਤਨ ਸੱਤਾ ਹੈ। ਨਮੋ ਚੰਦਰ ਚੰਦਰੀ ਚੰਦਰਮਾ ਵਿਖੇ ਚੰਨ ਰੂਪ ਹੋ ਰਹੇ ਹੋ। ਚੰਦਰਮਾ ਨੂੰ ਵੀ ਚਾਨਣਾ ਦੇਣ ਵਾਲੇ ਆਪ ਜੀ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਰਾਜ ਰਾਜੇ ਰਾਜਿਆਂ ਵਿਖੇ ਆਪ ਜੀ ਰਾਜਾ ਰੂਪ ਹੋ। ਰਾਜਿਆਂ ਦਾ ਵੀ ਰਾਜ ਪ੍ਰਕਾਸ਼ਕ ਹੋ ਆਪ ਜੀ। ਪ੍ਰਕਾਸ਼ ਦਾ ਵੀ ਪ੍ਰਕਾਸ਼ ਹੋ ਆਪ ਜੀ। ਭੇਦਾਂ ਦੇ ਭੇਦ ਜਾਣਨ ਵਾਲੇ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਇੰਦਰ ਇੰਦਰੀ ਇੰਦਰਾ ਵਿਖੇ ਵੀ ਆਪ ਜੀ ਇੰਦਰ ਰੂਪ ਹੋ। ਜੋ ਇੰਦਰੀਆਂ ਨੇ 10 ਇੰਦਰੀ ਕਰ ਰਾਖੈ ਵਾਸ, ਤਾਕੈ ਆਤਮੈ ਹੋਏ ਪ੍ਰਗਾਸ। ਇੰਦਰੀਆਂ ਵਿੱਚ ਵੀ ਆਪ ਜੀ ਇੰਦਰੀਆਂ ਰੂਪ ਹੋ। ਜੋ ਇੰਦਰ ਰਾਜਾ ਹੈ ਉਸਦੇ ਵੀ ਆਪ ਇੰਦਰ ਹੋ, ਉਸ ਤੋਂ ਵੀ ਵੱਡੇ ਹੋ। ਇੰਦਰ ਵਿੱਚ ਇੰਦਰਾਸਣ ਦੀ ਪਦਵੀ ਰੂਪ ਹੋ। ਆਪ ਜੀ ਐਸੇ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਅੰਧਕਾਰੇ ਹਨੇਰੇ ਨੂੰ ਵੀ ਤੂੰ ਹੀ ਕਰਨ ਵਾਲਾ ਹੈ ਪਰਮਾਤਮਾ। ਅਗਿਆਨ ਦਾ ਸਮਾਨ ਚੇਤਨ ਦਾ ਵਿਰੋਧੀ ਨਹੀਂ। ਜੋ ਰਾਤ ਰੂਪ ਹਨੇਰਾ ਹੈ, ਗਿਆਨ ਰੂਪ ਹਨੇਰਾ ਹੈ, ਇਹਦੇ ਵੀ ਆਪ ਜੀ ਪ੍ਰਕਾਸ਼ਕ ਹੋ, ਪ੍ਰਕਾਸ਼ ਕਰਨ ਵਾਲੇ ਹੋ। ਨਮਸਕਾਰ ਹੈ ਆਪ ਜੀ ਨੂੰ। ਨਮੋ ਤੇਜ ਤੇਜੇ ਜੋ ਤੇਜੇ ਪ੍ਰਕਾਸ਼ਵਾਨਾਂ ਵਿੱਚ ਵੀ ਪ੍ਰਕਾਸ਼ ਰੂਪ ਹੈ। ਜੋ ਪ੍ਰਕਾਸ਼ ਨੂੰ ਵੀ ਪ੍ਰਕਾਸ਼ ਦੇਣ ਵਾਲਾ ਹੈ। ਜੋ ਅਗਨੀ ਵਿੱਚ ਅਗਨੀ ਰੂਪ ਹੈ, ਗਿਆਨਵਾਨਾਂ ਵਿੱਚ ਗਿਆਨ ਰੂਪ ਹੈ। ਆਪ ਜੀ ਨੂੰ ਨਮਸਕਾਰ ਹੈ। ਨਮੋ ਬ੍ਰਿੰਦ ਬ੍ਰਿੰਦੇ ਜੋ ਸਮੂਹਾਂ ਵਿੱਚ ਸਮੂਹ ਰੂਪ ਹੈ, ਸਮੂਹ ਨੂੰ ਜਾਣਨ ਵਾਲਾ ਹੈ, ਸਾਰਿਆਂ ਨੂੰ ਜੋ ਪ੍ਰਕਾਸ਼ਣ ਵਾਲਾ ਹੈ, ਜੋ ਧਰਮ ਦਾ ਧਰਮ ਰੂਪ ਹੈ। ਨਮੋ ਬ੍ਰਿੰਦ ਬ੍ਰਿੰਦੇ, ਜੋ ਜਥਿਆਂ ਵਿੱਚ ਜਥਾ ਰੂਪ ਹੋ ਕੇ ਆਪ ਜੀ ਵਿਰਾਜਦੇ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਬੀਜ ਬੀਜੇ ਸੂਖਮ ਵਿੱਚ ਆਪ ਜੀ ਸੂਖਮ ਰੂਪ ਹੋ ਤੇ ਕਾਰਨ ਵਿੱਚ ਆਪ ਜੀ ਕਾਰਨ ਰੂਪ ਹੋ। ਨਮੋ ਬੀਜ ਬੀਜੇ, ਆਪ ਜੀ ਸੂਖਮ ਤੋਂ ਸੂਖਮ ਹੋ। ਆਪ ਜੀ ਕਾਰਨ ਦਾ ਕਾਰਨ ਰੂਪ ਹੋ। ਹੁਣ ਨਮੋ ਬੀਜ ਬੀਜੇ, ਇੱਥੇ ਆ ਕੇ ਭੁਜੰਗ ਪ੍ਰਿਆਤ ਛੰਦ ਦੀ ਪਹਿਲੀ ਪੌੜੀ ਇੱਥੋਂ ਤੱਕ ਹੈ, ਜਿਹਦੇ ਵਿੱਚ 4 ਚਰਨ ਨੇ, 4 ਤੁਕਾਂ ਨੇ। ਅਤੇ ਜੋ ਪਹਿਲੇ ਪ੍ਰੈਸ ਵਾਲੇ ਸੀ, ਇੱਕ ਤੇਜਾ ਸਿੰਘ ਭਸੋੜੀਆ ਹੋਇਆ। ਉਹ ਤੇਜਾ ਸਿੰਘ ਭਸੋੜੀਏ ਤੋਂ ਕਹਿਣ ਤੋਂ ਪ੍ਰੈਸਾਂ ਵਾਲਿਆਂ ਨੇ ਇਹ 2 ਤੁਕਾਂ ਦੇ ਅੱਗੇ ਹੀ ਇਹ ਪੌੜੀ ਖਤਮ ਕਰ ਦਿੱਤੀ ਸੀ। 2 ਤੁਕਾਂ ਦੀ ਹੀ ਪੌੜੀ ਬਣਾਉਣ ਲੱਗ ਪਏ ਸੀ। ਜੋ 1990 ਤੋਂ ਜੋ ਪਹਿਲਾ ਗੁਟਕੇ ਹਨ, ਉਹਨਾਂ ਵਿੱਚ ਤਾਂ 4 ਤੁਕਾਂ ਦੀ ਇੱਕ ਹੀ ਪੌੜੀ ਹੈ। ਪਰ ਤੇਜਾ ਸਿੰਘ ਭਸੋੜੀਏ ਨੇ ਪ੍ਰੈਸਾਂ ਵਾਲਿਆਂ ਨੂੰ ਕਹਿ ਕੇ
ਇਹ 2 ਤੁਕਾਂ ਦੀ ਪੌੜੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਪਰ ਜੋ ਭੁਜੰਗ ਪ੍ਰਿਆਤ ਛੰਦ ਦਾ ਜੋ ਨਿਯਮ ਹੈ, ਜੋ ਮਰਿਆਦਾ ਹੈ, ਉਹ 4 ਚਰਨ ਇੱਕ ਛੰਦ ਵਿੱਚ ਹੋਣੇ ਚਾਹੀਦੇ ਨੇ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਇਹ ਇੱਕ ਪੰਕਤੀ ਇੱਕ ਤੁਕ ਹੋ ਗਈ। ਉਸ ਤੋਂ ਬਾਅਦ ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਇਹ ਦੂਜੀ ਪੰਕਤੀ ਹੋ ਗਈ। ਉਸ ਤੋਂ ਬਾਅਦ ਨਮੋ ਅੰਧਕਾਰੇ, ਨਮੋ ਤੇਜ ਤੇਜੇ ਤੀਜੀ, ਅਤੇ ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਇਹ 4 ਤੁਕਾਂ ਨੇ। ਭੁਜੰਗ ਪ੍ਰਿਆਤ ਛੰਦ ਦੇ ਨਿਯਮ ਨੂੰ ਜੇ ਦੇਖਿਆ ਜਾਵੇ ਤਾਂ 4 ਯਗਨ ਇੱਕ ਤੁਕ ਵਿੱਚ ਵਰਤੇ ਜਾਂਦੇ ਨੇ। ਹੁਣ ਜਿਹੜੇ ਹਿਸਾਬ ਨਾਲ ਉਹਨਾਂ ਨੇ ਤੁਕ ਬਦਲੀ ਸੀ, ਨਮੋ ਸੂਰਜ ਸੂਰਜੇ ਨੂੰ ਇੱਕ ਤੁਕ ਮੰਨ ਲਈ, ਉਹ ਫਿਰ ਅਰਧ ਭੁਜੰਗ ਪ੍ਰਿਆਤ ਛੰਦ ਬਣਦਾ ਹੈ, ਜਿਹਦੇ ਵਿੱਚ 2 ਯਗਨ ਵਰਤੇ ਜਾਂਦੇ ਨੇ। ਐਸੇ ਤਰ੍ਹਾਂ ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਇੱਥੇ ਤੱਕ ਪਹਿਲੀ ਪੌੜੀ ਹੈ। 4 ਚਰਨਾਂ ਦੀ ਇੱਕ ਪੌੜੀ ਹੈ। ਇਸ ਤਰ੍ਹਾਂ ਜਾਣਨੀ ਹੈ। ਨਮੋ ਰਾਜਸੰ ਤਾਮਸੰ ਸਾਤ ਰੂਪੇ। ਆਪ ਜੀ ਨੂੰ ਨਮਸਕਾਰ ਹੈ। ਸੱਚੇ ਪਾਤਸ਼ਾਹ ਜੀ, ਉਹ ਰਜੋ ਤਮੋ ਗੁਣਾਂ ਨੂੰ ਰਚਣ ਵਾਲੇ ਆਪ ਜੀ ਸ਼ਾਂਤ ਸਰੂਪ ਹੋ। ਜੋ ਰਜੋ ਗੁਣੀ ਬ੍ਰਹਮਾ ਹੈ, ਤਮੋ ਗੁਣੀ ਸ਼ਿਵ ਜੀ ਵਿਸ਼ਨੂੰ ਨੂੰ ਆਪ ਜੀ ਪੈਦਾ ਕਰਨ ਵਾਲੇ ਹੋ। ਰਜੋ ਗੁਣ ਵਿੱਚ ਆਉਂਦੇ ਨੇ ਜਿਵੇਂ ਉਦਮ ਹੋ ਗਏ, ਲੋਭੀ, ਅਭਿਮਾਨੀ ਆਦਿਕ। ਜੋ ਤਾਮਸੀ ਬਿਰਤੀ ਵਾਲੇ ਹੁੰਦੇ ਨੇ, ਤਮੋ ਗੁਣ ਵਿੱਚ ਕ੍ਰੋਧ ਹੁੰਦਾ ਹੈ, ਈਰਖਾ, ਆਲਸ, ਜਿਹਦਾ ਬੇਹੀ ਖਾਣੀ, ਬੇਹੀ ਪ੍ਰਸ਼ਾਦਾ ਛਕ ਲੈਣਾ ਜਾਂ ਮਿਰਚਾਂ ਖਾ ਲੈਣੀਆਂ, ਉਹ ਤਮੋ ਗੁਣ ਵੱਧਦਾ ਹੈ। ਕਿਉਂਕਿ ਖਾਣ ਪੀਣ ਦਾ ਵੀ ਮਨ 'ਤੇ ਬਹੁਤ ਅਸਰ ਪੈਂਦਾ ਹੈ। ਖਾਣ ਪੀਣ ਦਾ ਮਨ 'ਤੇ ਅਸਰ ਪੈਂਦਾ ਹੈ। ਇੱਦਾਂ ਦੀ ਚੀਜ਼ਾਂ ਖਾਣ ਨਾਲ ਤਮੋ ਗੁਣ ਵੱਧਦਾ ਹੈ। ਕੋਈ ਬੇਹਾ ਪ੍ਰਸ਼ਾਦਾ ਛਕ ਲਿਆ ਜਾਂ ਜ਼ਿਆਦਾ ਮਿਰਚਾਂ ਵਾਲਾ ਭੋਜਨ ਛਕ ਲਿਆ, ਉਹ ਤਮੋ ਗੁਣ ਵੱਧਦਾ ਹੈ। ਅਤੇ ਸਤੋ ਗੁਣ ਸੋਭਾ ਦੀ ਇੱਛਾ ਵਾਲੇ, ਜੋ ਨਰਮ ਖਾਣ ਛਕਣੇ ਵਾਲੇ, ਸਿਮਰਨ ਵਾਲਿਆਂ ਨੂੰ ਆਪ ਜੀ ਸਾਰਿਆਂ ਨੂੰ ਪ੍ਰਕਾਸ਼ਣ ਵਾਲੇ ਹੋ। ਰਜੋ ਤਮੋ ਸਤੋ ਗੁਣਾਂ ਨੂੰ। ਨਮੋ ਪਰਮ ਤਤੰ ਅਤਤੰ ਸਰੂਪੇ। ਨਮੋ ਪਰਮ ਤਤੰ, ਆਪ ਜੀ ਨੂੰ ਨਮਸਕਾਰ ਹੈ। ਵੱਡੇ ਈਸ਼ਰ ਰੂਪ ਤਤੰਗ ਰੂਪ ਆਪ ਜੀ ਨੂੰ ਨਮਸਕਾਰ ਹੈ। ਅਤਤੰਗ ਸਰੂਪੇ, ਜੀਵ ਰੂਪ ਤਾਈ ਹੈ, ਜੀਵ ਰੂਪ ਤਾਈ ਆਪ ਜੀ ਨੂੰ ਨਮਸਕਾਰ ਹੈ। ਕਿਉਂਕਿ ਆਪ ਜੀ ਜੀਵਾਂ ਵਿੱਚ, ਤੱਤਾਂ ਵਿੱਚ ਆਪ ਜੀ ਆਏ ਹੋਏ ਹੋ। ਤਤੰਗ ਅੱਗੇ ਐੜਾ ਲੱਗਿਆ ਹੈ, ਆ ਕਰਕੇ ਤੱਤਾਂ ਵਿੱਚ ਆਪ ਜੀ ਆਇਆ ਹੋਇਆ ਹੈ। ਤੱਤਾਂ ਵਿੱਚ ਆਉਣੇ ਕਰਕੇ ਜੀਵ ਰੂਪ ਵੀ ਆਪ ਹੀ ਹੋ। ਜੀਵਾ ਅੰਦਰ ਈਸ਼ਰ ਰੂਪ ਵੀ ਆਪ ਜੀ ਹੋ। ਆਪ ਜੀ ਨੂੰ ਨਮਸਕਾਰ ਹੈ। ਜੋ ਪਰਮਾਤਮਾ ਦੇ ਜੋ ਕਥਨ ਕਰਨ ਵਾਲੇ ਜੋ ਵਾਕ ਹਨ, ਅਤਤੰ, ਅਨਆਤਮਾ ਦੇ ਕਥਨ ਕਰਨ ਵਾਲੇ ਵੀ ਆਪ ਜੀ ਹੋ। ਤਤ ਈਸ਼ਰ, ਅਤਤੰ ਕਹਿੰਦੇ ਮਾਇਆ ਸਰੂਪ, ਇਹ ਵੀ ਆਪ ਜੀ ਹੋ। ਆਪ ਤੱਤਾਂ ਤੋਂ ਰਹਿਤ ਹੋ। ਆਪ ਜੀ ਸਤ ਚਿਤ ਆਨੰਦ ਸਰੂਪ ਹੋ। ਆਇਆ ਹੋਇਆ ਹੈ ਤੱਤਾਂ ਵਿੱਚ, ਜੀਵ ਬਣ ਗਿਆ, ਅਤੇ ਪਰਮਾਤਮਾ ਦੇ ਈਸ਼ਰ ਤੇਰਾ ਹੀ ਰੂਪ ਨੇ। ਸਾਰਿਆਂ ਵਿੱਚ ਤੂੰ ਆਇਆ ਹੋਇਆ ਹੈ, ਸਾਰੇ ਤੱਤਾਂ ਵਿੱਚ ਆਇਆ ਹੋਇਆ ਹੈ, ਸਾਰੇ ਤੇਰਾ ਹੀ ਰੂਪ ਨੇ। ਨਮੋ ਜੋਗ ਜੋਗੇ। ਨਮੋ ਜੋਗ ਜੋਗੇ, ਜੋਗੀਆਂ ਵਿਖੇ ਜੋਗੀ ਰੂਪ ਹੈ। ਜੋਗੀਆਂ ਮੇਂ ਆਪ ਜੀ ਜੋਗੇ ਜੁੜੇ ਹੋਏ ਹੋ। ਜੋਗੀ ਤੇਰੇ ਵਿੱਚ ਜੁੜੇ ਹੋਏ ਨੇ। ਅਪ੍ਰਾਪਤੀ ਦੀ ਪ੍ਰਾਪਤੀ ਆਪ ਜੀ ਕਰਾਉਣ ਵਾਲੇ ਹੋ। ਜੋਗੀਆਂ ਦੇ ਜੋਗ ਫਲ ਰੂਪ ਆਪ ਜੀ ਨੂੰ ਨਮਸਕਾਰ ਹੈ। ਨਮੋ ਗਿਆਨ ਗਿਆਨੇ। ਨਮੋ ਗਿਆਨ ਗਿਆਨੇ, ਗਿਆਨੀਆਂ ਵਿੱਚ ਆਪ ਜੀ ਗਿਆਨੀ ਰੂਪ ਹੋ। ਗਿਆਨੀਆਂ ਦੇ ਜਾਣਨੇ ਵਾਲੇ ਹੋ। ਗਿਆਨੀਆਂ ਨੂੰ ਵੀ ਗਿਆਨ ਦੇਣ ਵਾਲੇ ਆਪ ਜੀ ਹੋ। ਨਮੋ ਗਿਆਨ ਗਿਆਨੇ। ਅਪਰੋਖ ਗਿਆਨ ਮੇਂ ਆਪ ਜੀ ਅਪਰੋਖ ਗਿਆਨ ਹੋ। ਅਪਰੋਖ ਕਹਿੰਦੇ ਨੇ ਪ੍ਰਤੱਖ, ਜੋ ਪ੍ਰਤੱਖ ਗਿਆਨ ਹੁੰਦਾ ਹੈ। ਅਪਰੋਖ ਗਿਆਨ ਵਿੱਚ ਵੀ ਆਪ ਜੀ ਅਪਰੋਖ ਗਿਆਨ ਹੋ। ਜੀਵ ਈਸ ਕੀ ਏਕਤਾ ਜੋਈ, ਹਸਤ ਬਿਲ ਸਮ ਭਾਖੈ ਸੋਈ। ਸਾਰੇ ਜੋ ਗਿਆਨ ਹੈ, ਸਾਰੇ ਗਿਆਨ ਦਾ ਸਰੂਪ ਆਪ ਜੀ ਹੋ। ਨਮੋ ਮੰਤਰ ਮੰਤਰੇ। ਮੰਤਰੀਆਂ ਵਿੱਚ ਆਪ ਜੀ ਮੰਤਰੀ ਰੂਪ ਹੋ। ਸਲਾਹਕਾਰਾਂ ਵਿੱਚ ਆਪ ਜੀ ਸਲਾਹਕਾਰ ਰੂਪ ਹੋ। ਨਮੋ ਮੰਤਰ ਮੰਤਰੇ। ਵਜ਼ੀਰਾਂ ਵਿੱਚ ਆਪ ਜੀ ਵਜ਼ੀਰ ਰੂਪ ਹੋ। ਅਤੇ ਨਮੋ ਮੰਤਰ ਮੰਤਰੇ, ਮੰਤਰਾਂ ਵਿੱਚ ਤੇਰਾ ਮੂਲ ਮੰਤਰ ਸ਼੍ਰੋਮਣੀ ਹੈ। ਮੰਤਰਾਂ ਵਿੱਚ ਤੇਰਾ ਗੁਰਮੰਤਰ ਵਾਹਿਗੁਰੂ ਮੰਤਰ ਸ਼੍ਰੋਮਣੀ ਹੈ। ਆਪ ਜੀ ਨੂੰ ਨਮਸਕਾਰ ਹੈ। ਨਮੋ ਧਿਆਨ ਧਿਆਨੇ। ਧਿਆਨੀਆਂ ਮੇਂ ਧਿਆਨੀ ਰੂਪ ਹੋ। ਆਪ ਜੀ ਧਿਆਨੀ ਹੋ ਕੇ ਧਿਆਨ ਲਗਾ ਰਹੇ ਹੋ। ਜਿਵੇਂ ਅਕਾਲ ਉਸਤਤ ਦੀ ਬਾਣੀ ਵਿੱਚ ਵੀ
ਇਹ ਸਾਰਾ ਵਿਸਥਾਰ ਨਾਲ ਆਇਆ ਹੈ। ਤੇ ਧਿਆਨੀਆਂ ਦੀ ਤਰਫ ਤੇਰਾ ਧਿਆਨ ਹੈ, ਤੇ ਧਿਆਨੀ ਤੇਰੀ ਤਰਫ ਹੀ ਧਿਆਨ ਲਗਾਉਂਦੇ ਨੇ। ਨਮੋ ਜੁਧ ਜੁਦੇ ਯੋਧਿਆਂ ਵਿੱਚ ਆਪ ਜੀ ਯੋਧਾ ਰੂਪ ਹੋ, ਆਪ ਜੀ ਨੂੰ ਨਮਸਕਾਰ ਹੈ। ਨਮੋ ਗਿਆਨ ਗਿਆਨੇ ਆਪ ਜੀ ਗਿਆਨੀਆਂ ਨੂੰ ਵੀ ਗਿਆਨ ਦੇਣ ਵਾਲੇ ਹੋ, ਆਪ ਜੀ ਨੂੰ ਨਮਸਕਾਰ ਹੈ। ਨਮੋ ਭੋਜ ਭੋਜੇ ਨਮੋ ਭੋਜ ਭੋਜੇ, ਭੋਜਨਾਂ ਨੂੰ ਵੀ ਭੋਗਣ ਵਾਲੇ ਆਪ ਜੀ ਹੋ। ਭੱਖ ਕਹਿੰਦੇ ਨੇ ਦਾਣੇ ਪਾਪੜ ਆਦ ਭੋਜ, ਭੋਜ ਕਹਿੰਦੇ ਨੇ ਜਿਵੇਂ ਰੋਟੀ, ਲੇਹਜ ਜਿਵੇਂ ਲੇਸਦਾਰ ਖੀਰ ਆਦਿ ਕੇ ਭੋਜਨ ਹੁੰਦੇ ਨੇ ਨਾ, ਇਹਨਾਂ ਭੋਜਨਾਂ ਵਿੱਚ ਵੀ ਭੋਜਨ ਰੂਪ ਆਪ ਜੀ ਹੋ। ਭੋਗਾਂ ਦਾ ਆਪ ਜੀ ਭੋਗ ਪਾਉਣ ਵਾਲੇ ਹੋ। ਨਮੋ ਭੋਜ ਭੋਜੇ, ਭੋਗਾਂ ਦਾ ਭੋਗ ਰੂਪ ਆਪ ਜੀ ਹੋ, ਤੇ ਭੋਗਾਂ ਨੂੰ ਨਾਸ਼ ਕਰਨ ਵਾਲੇ ਵੀ ਆਪ ਜੀ ਹੋ, ਆਪ ਜੀ ਨੂੰ ਨਮਸਕਾਰ ਹੈ। ਨਮੋ ਪਾਨ ਪਾਨੇ ਪਾਣੀਆਂ ਵਿੱਚ ਆਪ ਜੀ ਪਾਣੀ ਰੂਪ ਹੋ। ਹੱਥਾਂ ਦੀ ਕਿਰਿਆ ਵਿੱਚ, ਪਾਨ ਕਹਿੰਦੇ ਨੇ ਹੱਥਾਂ ਨੂੰ, ਹੱਥਾਂ ਦੀ ਕਿਰਿਆ ਕਰਾਉਣ ਵਾਲਿਆਂ ਵਿੱਚ ਵੀ ਹੱਥ ਰੂਪ ਆਪ ਹੋ। ਅੰਮ੍ਰਿਤ ਵਿੱਚ ਵੀ ਅੰਮ੍ਰਿਤ ਰੂਪ ਆਪ ਜੀ ਹੋ ਸੱਚੇ ਪਾਤਸ਼ਾਹ ਜੀਓ। ਪਾਣੀ ਪੀਣ ਵਾਲਿਆਂ ਵਿੱਚ ਵੀ ਪੀਣ ਰੂਪ ਆਪ ਜੀ ਹੋ। ਪਾਣੀ ਪਿਲਾਉਣ ਵਾਲਿਆਂ ਵਿੱਚ ਵੀ ਪੀਣ ਰੂਪ ਆਪ ਜੀ ਹੋ। ਜਿਵੇਂ ਭਾਈ ਸਾਧੂ ਦੇ ਭਾਈ ਰੂਪੇ ਨੇ ਛੇਵੇਂ ਪਾਤਸ਼ਾਹ ਜੀ ਨੂੰ ਪਾਣੀ ਪਿਲਾਇਆ, ਜਲ ਛਕਾਇਆ। ਜਦੋਂ ਕੁੰਨਾ ਜਲ ਦਾ ਭਰਿਆ, ਜੰਡ ਥੱਲੇ ਲਟਕਾਇਆ ਨਾ, ਲੱਕੜਾਂ ਵੱਢਣ ਲੱਗ ਗਏ। ਜਦੋਂ ਤ੍ਰੇਹ ਲੱਗੀ, ਜਦੋਂ ਜਲ ਛਕਣ ਲਈ ਕੁੰਨੇ ਨੂੰ ਹੱਥ ਲਗਾਇਆ ਤਾਂ ਇੰਨਾ ਸ਼ੀਤਲ, ਇੰਨਾ ਠੰਡਾ ਠਾਰ ਹੋਇਆ। ਭਾਈ ਰੂਪੇ ਨੇ ਸੋਚਿਆ, ਕਹਿੰਦਾ ਪਿਤਾ ਜੀ ਇਹ ਜਲ ਤਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਛਕਣ ਜੋਗਾ ਹੈ। ਆਪਾਂ ਹੋਰ ਤਾਂ ਕੋਈ ਵਸਤੂ ਆਪਾਂ ਤਰਖਾਣ ਹਾਂ, ਮਜ਼ਦੂਰੀ ਕਰਦੇ ਹਾਂ, ਹੋਰ ਤਾਂ ਕੋਈ ਵਸਤੂ ਮਹਾਰਾਜ ਨੂੰ ਦੇ ਨਹੀਂ ਸਕਦੇ, ਕੋਈ ਮਹਿੰਗੀ ਵਸਤੂ ਨਹੀਂ ਦੇ ਸਕਦੇ, ਪਰ ਇਹ ਜਲ ਤਾਂ ਛਕਾ ਸਕਦੇ ਹਾਂ। ਯਾਦ ਕੀਤਾ ਮਹਾਰਾਜ ਨੂੰ ਜਲ ਛਕਾਉਣ ਤੋਂ ਪਹਿਲੇ ਆਪ ਨਹੀਂ ਜਲ ਛਕਿਆ। ਬੜੇ ਵਿਆਕੁਲ ਹੋ ਗਏ, ਬੁੱਲ ਸੁੱਕ ਗਏ, ਘੰਡ ਸੁੱਕ ਗਿਆ, ਜ਼ਮੀਨ 'ਤੇ ਪਏ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਡਰੋਲੀ ਨਿਵਾਸ ਰੱਖਦੇ ਨੇ, ਅਤੇ ਡਰੋਲੀ ਤੋਂ 30 ਕੋਹ ਦਾ ਪੈਂਡਾ ਮਹਾਰਾਜ ਆਕਾਸ਼ ਮਾਰਗ ਰਾਹੀਂ ਛਿਣ ਵਿੱਚ ਹੀ ਆ ਗਏ, ਅਤੇ ਆ ਕੇ ਪ੍ਰੇਮੀਆਂ ਦੀ ਭਾਵਨਾ ਪੂਰੀ ਕੀਤੀ ਅਤੇ ਉਹਨਾਂ ਦਾ ਜਲ ਵੀ ਛਕਿਆ। ਜਲ ਛਕਾਉਣ ਵਾਲਿਆਂ ਵਿੱਚ ਵੀ ਆਪ ਜੀ ਜਲ ਛਕਣ ਵਾਲੇ ਹੋ, ਪੀਣ ਵਾਲੇ ਹੋ। ਜਿਹੜਾ ਆਪ ਜੀ ਨੂੰ ਪ੍ਰੇਮ ਨਾਲ ਛਕਾਉਂਦਾ ਹੈ, ਆਪ ਜੀ ਨੂੰ ਨਮਸਕਾਰ ਹੈ। ਨਮੋ ਕਲਹਿ ਕਰਤਾ ਕਲਹਿ ਕਹਿੰਦੇ ਨੇ ਲੜਾਈ ਨੂੰ। ਕਹਿੰਦੇ ਕਿਉਂ ਘਰ ਵਿੱਚ ਕਲੇਸ਼ ਕਰਦਾ ਹੈ, ਕਲਹਿ ਕਰਦਾ ਹੈ। ਨਮੋ ਕਲਹਿ ਕਰਤਾ, ਆਪ ਜੀ ਲੜਾਈ ਕਰਨ ਵਾਲਾ ਵੀ ਤੂੰ ਹੀ ਹੈ। ਭਾਵ ਅੰਤਹਿਕਰਨ ਦੀ ਉਪਾਧੀ, ਜਿਵੇਂ ਉਪਾਧੀਆਂ ਨੇ, ਉਹ ਵੀ ਤੂੰ ਹੀ ਹੈ, ਪ੍ਰਤੀਤ ਹੋ ਰਿਹਾ ਹੈ। ਕਲਹਿ ਮਨ ਨਾਲ ਜੰਗ ਕਰਨ ਵਾਲੇ ਜੋ ਬ੍ਰਹਮ ਗਿਆਨੀ ਨੇ, ਉਹਨਾਂ ਵਿੱਚ ਵੀ ਤੂੰ ਹੈ। ਜਿਹੜੇ ਮਨ ਨਾਲ ਜੰਗ ਕਰਦੇ ਨੇ, ਉਹਨਾਂ ਬ੍ਰਹਮ ਗਿਆਨੀਆਂ ਦੇ ਮਨਾਂ ਵਿੱਚ ਵੀ ਤੂੰ ਹੈ। ਆਪ ਜੀ ਨੂੰ ਨਮਸਕਾਰ ਹੈ। ਨਮੋ ਸ਼ਾਂਤ ਰੂਪੇ ਆਪ ਜੀ ਸ਼ਾਂਤ ਰੂਪ ਹੋ, ਆਪ ਜੀ ਹੋਰਾਂ ਨੂੰ ਵੀ ਸ਼ਾਂਤੀ ਦੇਣ ਵਾਲੇ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਇੰਦਰ ਇੰਦਰੇ ਆਪ ਜੀ ਇੰਦਰਾਂ ਨੂੰ ਵੀ ਪ੍ਰਕਾਸ਼ਣ ਵਾਲੇ ਹੋ। ਜੋ ਇੰਦਰੀਆਂ ਨੇ, ਇਹਨਾਂ ਨੂੰ ਵੀ ਆਪ ਜੀ ਪ੍ਰਕਾਸ਼ਣ ਵਾਲੇ ਹੋ। ਆਪ ਜੀ ਨੂੰ ਨਮਸਕਾਰ ਹੈ। ਅਨਾਦੰ ਵਿਭੂਤੇ ਅਨਾਦੰ ਅਨ ਆਦੰ, ਜੋ ਆਦਿ ਤੋਂ ਰਹਿਤ ਹੈ। ਅਨਾਦੰ ਵਿਭੂਤੇ, ਵਿਭੂਤੇ ਜੋ ਵਿਭੂਤੀ ਵਾਲਾ ਹੈ। ਸਾਰੀ ਜੋ ਰਿੱਧੀਆਂ ਸਿੱਧੀਆਂ ਵਿਭੂਤੀ ਉਸ ਪਰਮਾਤਮਾ ਕੋਲ ਹੈ। ਜਿੰਨੇ ਵੀ ਧਨ ਪਦਾਰਥ ਨੇ, ਖਜ਼ਾਨਾ ਹੈ, ਧਨ ਹੈ, ਸਾਰੀ ਵਿਭੂਤੀ ਪਰਮਾਤਮਾ ਆਪ ਦੀ ਹੈ। ਵਿਭੂਤੇ ਆਪ ਜੀ, ਭੂਤ ਕਹਿੰਦੇ ਨੇ ਸਰੀਰ ਨੂੰ, ਆਪ ਜੀ ਸਰੀਰਾਂ ਤੋਂ ਰਹਿਤ ਹੋ। ਭੂਤ ਕਹਿੰਦੇ ਨੇ ਕੰਧ ਨੂੰ, ਆਪ ਜੀ ਕੰਧ ਤੋਂ ਜੜਤਾਈ ਤੋਂ ਆਪ ਜੀ ਰਹਿਤ ਹੋ। ਬਲਕਿ ਵਿਭੂਤੇ ਸਾਰੀ ਵਿਭੂਤੀ ਆਪ ਜੀ ਦੀ ਹੈ। ਆਪ ਜੀ ਨੂੰ ਨਮਸਕਾਰ ਹੈ। ਕਲੰਕਾਰ ਰੂਪੇ ਕਲੰਕ ਜੋ ਲੱਗੇ ਹਨ, ਕਿਸੇ ਨੂੰ ਪਾਪ ਦਾ ਕਲੰਕ ਲੱਗਿਆ ਹੈ, ਕਿਸੇ ਨੂੰ ਕੁੱਲ ਘਾਤ ਦਾ ਕਲੰਕ ਲੱਗਿਆ ਹੈ, ਕਿਸੇ ਨੂੰ ਕਾਮ ਦਾ ਕਲੰਕ ਲੱਗਿਆ ਹੈ, ਇਹਨਾਂ ਨੂੰ ਵੀ ਨਾਸ਼ ਕਰਨ ਵਾਲਾ ਤੇਰਾ ਸਰੂਪ ਹੈ। ਕਲਹਿ ਦੇ ਕਰਨ ਵਾਲਾ ਤੇਰਾ ਸਰੂਪ ਹੈ। ਅਲੰਕਾਰ ਅਲੰਕੀ ਅਲੰਕਾਰ ਅਲੰਕੇ, ਅਲੰਕਾਰ ਕਹਿੰਦੇ ਨੇ ਗਹਿਣੇ ਨੂੰ, ਭੂਖਣ ਨੂੰ। ਭੂਖਣਾ ਵਿੱਚ ਵੀ ਅਲੰਕੇ ਭੂਖਣ ਰੂਪ ਆਪ ਜੀ ਹੋ। ਗਹਿਣਿਆਂ ਵਿੱਚ ਗਹਿਣਾ ਰੂਪ ਆਪ ਜੀ ਹੋ। ਜੇ ਕਿਸੇ ਕਵੀ ਨੇ, ਕਿਸੇ ਲਿਖਾਰੀ ਨੇ ਕੋਈ ਅਲੰਕਾਰ ਬੰਨ੍ਹਿਆ ਹੈ, ਉਹ ਅਲੰਕਾਰਾਂ ਵਿੱਚ ਵੀ ਅਲੰਕਾਰ ਰੂਪ ਆਪ ਜੀ ਹੋ। ਅਲੰਕਾਰਾਂ ਦੀ, ਗਹਿਣਿਆਂ ਦੀ ਸਜਾਵਟ ਰੂਪ ਅਲੰਕੇ ਆਪ ਹੋ।
ਭੂਖਣ ਰੂਪ ਹੋ ਤੇ ਜੀਵਾਂ ਦੀ ਤ੍ਰਿਪਤੀ ਕਰਨ ਵਾਲੇ ਆਪ ਜੀ ਹੋ। ਆਪ ਜੀ ਤ੍ਰਿਪਤ ਰੂਪ ਹੋ ਸੱਚੇ ਪਾਤਸ਼ਾਹ, ਹੋਰਾਂ ਨੂੰ ਸ਼ਿੰਗਾਰਨ ਵਾਲੇ ਹੋ। ਅਲੰਗ ਕਹਿੰਦੇ ਨੇ ਭੋਰੇ ਨੂੰ, ਆਪ ਜੀ ਭੋਰਾ ਹੋ, ਭਾਵ ਕਿ ਆਪ ਜੀ ਪੂਰਨ ਹੋ। ਸਾਰੇ ਪਾਸੇ ਆਪ ਜੀ ਨੂੰ ਨਮਸਕਾਰ ਹੈ। ਨਮੋ ਆਸ ਆਸੇ। ਆਸ ਕਹਿੰਦੇ ਨੇ ਮੁਖ ਨੂੰ, ਮੁਖੀਆਂ ਵਿੱਚ ਮੁਖੀ ਰੂਪ ਆਪ ਜੀ ਹੋ। ਸਾਰਿਆਂ ਦੀ ਆਸਾ ਪੂਰਨ ਕਰਨ ਵਾਲੇ ਹੋ। ਸਾਰਿਆਂ ਦੀ ਆਸਾਂ ਵਿੱਚ ਆਸੇ, ਆਪ ਜੀ ਆਸਰੇ ਰੂਪ ਹੋ। ਸਭਨਾ ਆਸਰਿਆਂ ਵਿੱਚ ਤੇਰਾ ਹੀ ਆਸਰਾ ਚੰਗਾ ਹੈ। ਕਹਿ ਰਵਿਦਾਸ ਆਸ ਲਗ ਜੀਵੋ। ਆਸਾ ਵਾਲਿਆਂ ਦੀ ਆਸਾ ਪੂਰਨ ਕਰਨ ਵਾਲੇ ਹੋ। ਜਿਨ੍ਹਾਂ ਨੂੰ ਆਸਾ ਲੱਗੀ ਹੈ ਉਸ ਨੂੰ ਸਮਝਣ ਵਾਲੇ ਹੋ। ਨਮੋ ਬਾਂਕ ਬੰਕੀ। ਬਾਂਕ ਜੋ ਟੇਢਿਆਂ ਵਿੱਚ ਆਪ ਜੀ ਟੇਢੇ ਰੂਪ ਹੋ। ਆਪ ਜੀ ਟੇਢਿਆਂ ਵਿੱਚ ਟੇਢੇ ਰੂਪ ਹੋ। ਖੋਫ ਵਿੱਚ ਆਪ ਜੀ ਖੋਫ ਰੂਪ ਹੋ। ਜਿਵੇਂ ਆਪ ਜੀ ਤਖਤ 'ਤੇ ਬੈਠੇ ਬਾਦਸ਼ਾਹ ਹੋ ਤਾਂ ਆਪ ਜੀ ਦਾ ਐਸਾ ਸੁਭਾਅ ਹੈ। ਜੰਗ ਵਿੱਚ ਕਿਸੇ ਨਾਲ ਜੰਗ ਲੜਦੇ ਹੋ ਤਾਂ ਵੀਰ ਰਸ ਵਿੱਚ ਆਪ ਜੀ ਆ ਜਾਂਦੇ ਹੋ। ਜਿਹੜੇ ਪੁੱਠੇ ਜੇ ਟੇਢੇ ਜੇ ਕੰਮ ਕਰਦੇ ਨੇ, ਸਿੱਧੇ ਸਮਝਾਇਆ ਸਮਝਦੇ ਨਹੀਂ, ਫਿਰ ਟੇਢ ਤਾਈਂ ਤਰ੍ਹਾਂ ਆਪ ਜੀ ਸਮਝਾ ਵੀ ਦਿੰਦੇ ਹੋ। ਟੇਢਿਆਂ ਵਿੱਚ ਆਪ ਜੀ ਟੇਢੇ ਰੂਪ ਹੋ। ਆਪ ਜੀ ਦੇ ਜੋ ਬਾਕ ਹਨ ਇਹ ਬੰਕੇ ਬੜੇ ਸੁੰਦਰ ਹਨ, ਬੜੇ ਸੋਹਣੇ ਬਾਕ ਹਨ। ਜੋ ਸਰਸਤੀ ਹੈ ਬਾਕ, ਜੋ ਸਰਸਤੀ ਹੈ, ਜਿਹਨੂੰ ਕਵੀ ਲੋਕ ਸਾਰੇ ਕਹਿੰਦੇ ਨੇ ਕਿ ਬਾਕਾਂ ਨੂੰ ਜੋ ਉਚਾਰਦੀ ਹੈ ਉਹ ਤੇਰੀ ਸੱਤਾ ਲੈ ਕੇ ਹੀ ਬਾਕਾਂ ਨੂੰ ਉਚਾਰਦੀ ਹੈ। ਉਹਦੇ ਵਿੱਚ ਵੀ ਤੇਰੀ ਚੇਤਨ ਸੱਤਾ ਹੈ। ਸੁੰਦਰਾ ਵਿੱਚ ਤੇਰਾ ਸੁੰਦਰ ਸਰੂਪ ਹੈ। ਆਪ ਜੀ ਨੂੰ ਨਮਸਕਾਰ ਹੈ। ਅਭੰਗੀ ਸਰੂਪੇ। ਆਪ ਜੀ ਦਾ ਜੋ ਸਰੂਪ ਹੈ ਕੱਟਣ ਤੋਂ ਰਹਿਤ ਹੈ, ਭੰਗਣ ਤੋਂ ਰਹਿਤ ਹੈ। ਕੋਈ ਇਸ ਨੂੰ ਭੰਨ ਨਹੀਂ ਸਕਦਾ। ਅਨੰਗੀ ਅਨਾਮੇ। ਅਨੰਗੀ ਆਪ ਜੀ ਸੁੰਦਰ ਸਰੂਪ ਹੋ, ਅੰਗਾਂ ਤੋਂ ਰਹਿਤ ਹੋ। ਭੰਗੀ ਤ੍ਰਿਕਾਲੇ। ਅਨਾਮੇ ਆਪ ਜੀ ਨਾਮ ਰੂਪੀ ਪ੍ਰਪੰਚਾਂ ਤੋਂ ਰਹਿਤ ਹੋ। ਭੰਗੀ ਤ੍ਰਿਕਾਲੇ। ਤਿੰਨਾਂ ਲੋਕਾਂ ਨੂੰ ਆਪ ਜੀ ਨਾਸ਼ ਕਰਨ ਵਾਲੇ ਹੋ। ਤਿੰਨਾਂ ਵਿੱਚ ਆਪ ਜੀ ਰਹਿਣ ਵਾਲੇ ਹੋ। ਜੋ ਤਿੰਨੇ ਦੇਵਤਿਆਂ ਨੂੰ ਆਪ ਜੀ ਨਾਸ਼ ਕਰਨ ਵਾਲੇ ਹੋ, ਲੈਅ ਕਰਨ ਵਾਲੇ ਹੋ। ਤਿੰਨੇ ਕਾਲਾਂ ਨੂੰ ਵੀ ਆਪ ਜੀ ਨਾਸ਼ ਕਰਨ ਵਾਲੇ ਹੋ, ਲੈਅ ਕਰਨ ਵਾਲੇ ਹੋ। ਅਨੰਗੀ ਅਕਾਮੇ। ਅਨੰਗੀ ਅੰਗਾਂ ਤੋਂ ਰਹਿਤ ਹੋ, ਅਕਾਮੇ ਕਾਮਨਾ ਤੋਂ ਰਹਿਤ ਹੋ। ਜੋ ਕਾਮ ਆਦਿਕ ਵਿਸ਼ੇ ਵਿਕਾਰ ਨੇ ਉਹਨਾਂ ਤੋਂ ਆਪ ਜੀ ਰਹਿਤ ਹੋ। ਅਕਾਮੇ ਆਪ ਜੀ ਕਿਸੇ ਦੇ ਕਾਮੇ, ਆਪ ਜੀ ਗੋਲੇ ਨਹੀਂ ਹੋ, ਆਪ ਜੀ ਕਿਸੇ ਦੇ ਦਾਸ ਨਹੀਂ ਹੋ। ਏਕ ਅਸ਼ਰੀ ਛੰਦ। ਹੁਣੇ 22 ਪ੍ਰਕਾਰ ਦੇ ਛੰਦ ਹਨ। ਏਕ ਅਛਰੀ ਛੰਦ ਇੱਥੇ 3 ਤਰ੍ਹਾਂ ਦੇ ਉਚਾਰੇ ਹਨ। ਜਿਵੇਂ ਜਾਪ ਸਾਹਿਬ ਦਾ ਹੀ ਪਿੰਗਲ ਬਣਾਇਆ ਹੈ। ਚੱਕਰਧਾਰ ਚੱਕਰਾਂ ਵਿੱਚ ਸਾਰਾ ਨਾਮ ਰੂਪ ਦਾ ਗਿਆਨ ਹੈ। ਏਕ ਅਛਰੀ ਛੰਦ, ਇੱਕ ਇੱਕ ਅੱਖਰ ਵਾਲਾ ਜੋ ਛੰਦ ਹੈ ਇਹ ਉਚਾਰਨ ਕਰਦੇ ਹਨ। ਜਿੱਤਣ ਤੋਂ ਰਹਿਤ ਹੈ। ਆਪ ਜੀ ਲੈ ਹੋਣ ਤੋਂ ਰਹਿਤ ਹੋ। ਆਪ ਜੀ ਛਪਣ ਤੋਂ ਰਹਿਤ ਹੋ। ਕੋਈ ਲੈ ਆਪ ਜੀ ਨੂੰ ਮਾਰ ਨਹੀਂ ਸਕਦਾ। ਬਿਰਤੀ ਨੀਂਦ ਅਵਿਦਿਆ ਵਿੱਚ ਤੇਰੀ ਨਹੀਂ ਹੁੰਦੀ। ਜੋ ਤੰਦਰਾ ਇੱਕ ਤੰਦਰਾ ਨੀਂਦ ਹੁੰਦੀ ਹੈ, ਜਿਵੇਂ ਯੋਗਾ ਅਭਿਆਸੀ ਹੁੰਦੇ ਨੇ ਨਾ, ਤੰਦਰਾ ਨੀਂਦ ਕਹਿੰਦੇ ਨੇ, ਜਿਹੜੀ ਪਤਲੀ ਜਿਹੀ ਨੀਂਦ ਹੋਣੀ, ਭਾਵ ਕਿ ਨਾ ਇੱਧਰ ਨਾ ਉੱਧਰ, ਨਾ ਚੰਗੀ ਤਰ੍ਹਾਂ ਨੀਂਦ ਹੀ ਆਉਣੀ ਨਾ ਚੰਗੀ ਤਰ੍ਹਾਂ ਜਾਗਣਾ, ਉਹਨੂੰ ਤੰਦਰਾ ਨੀਂਦ ਕਹਿੰਦੇ ਨੇ। ਤੰਦਰਾ ਨੀਂਦ ਤੋਂ ਵੀ ਆਪ ਜੀ ਰਹਿਤ ਹੋ। ਆਪ ਜੀ ਪਕੜੇ ਨਹੀਂ ਜਾਂਦੇ। ਆਪ ਜੀ ਨਿਰਭਉ ਹੋ, ਭੈ ਤੋਂ ਰਹਿਤ ਹੋ। ਆਪ ਜੀ ਕਿਸੇ ਦੁਆਰਾ ਬੈ ਨਹੀਂ ਕੀਤੇ ਜਾਂਦੇ। ਜਿਵੇਂ ਆਪਾਂ ਕਹਿੰਦੇ ਫਲਾਣੇ ਬੰਦੇ ਨੇ ਫਲਾਣੀ ਜ਼ਮੀਨ ਬੈ ਕਰ ਲਈ, ਖਰੀਦ ਲਈ, ਆਪ ਜੀ ਨੂੰ ਕੋਈ ਮੁੱਲ ਨਹੀਂ ਖਰੀਦ ਸਕਦਾ। ਆਪ ਜੀ ਕਿਸੇ ਦੁਆਰਾ ਖਰੀਦੇ ਨਹੀਂ ਜਾਂਦੇ। ਆਪ ਜੀ ਅਬਿਨਾਸੀ ਅਮੁੱਲ ਹੋ। ਪ੍ਰਿਥਵੀ ਆਦਿਕ ਤੱਤਾਂ ਤੋਂ ਆਪ ਜੀ ਰਹਿਤ ਹੋ। 5 ਤੱਤਾਂ ਦਾ ਆਕਾਰ ਨਹੀਂ ਹੈ ਆਪ ਜੀ ਦਾ। ਆਪ ਜੀ ਇਹਨਾਂ ਤੋਂ ਰਹਿਤ ਹੋ। ਆਪ ਜੀ ਦੀ ਅਜੂ, ਆਪਾਂ ਕਹਿੰਦੇ ਨੇ ਕਿ ਪਿੰਡ ਦੀ ਜੂ, ਕਿ ਪਿੰਡ ਦੀ ਹੱਦ। ਆਪ ਜੀ ਦੀ ਕੋਈ ਹੱਦ ਨਹੀਂ ਹੈ। ਆਪ ਜੀ ਹੱਦ ਤੋਂ ਰਹਿਤ ਹੋ। ਅਜੂ ਆਪ ਜੀ ਅਜੂਨੀ ਸਰੂਪ ਹੋ। ਜਨਮਾਂ ਵਿੱਚ ਆਪ ਜੀ ਪੈਣ ਤੋਂ ਰਹਿਤ ਹੋ। ਆਪ ਜੀ ਨਾਸ਼ ਹੋਣ ਤੋਂ ਰਹਿਤ ਹੋ। ਵਿਸ਼ੇਸ਼ ਕਰਕੇ ਸਾਰਿਆਂ ਨੂੰ ਨਾਸ਼ ਕਰਨ ਵਾਲੇ ਹੋ। ਅਨ ਆਸ ਆਪ ਜੀ ਆਸਾਂ ਤੋਂ ਰਹਿਤ ਹੋ। ਆਕਾਸ਼ ਦੀ ਨਿਆਈ ਆਪ ਜੀ ਵਿਆਪਕ ਹੋ। ਆ ਕੇ ਪ੍ਰਕਾਸ਼ ਕਰਨ ਵਾਲੇ ਹੋ। ਸਾਰਿਆਂ ਨੂੰ ਅਪਕਾਸ਼, ਅਵਕਾਸ਼ ਕਹਿੰਦੇ ਨੇ। ਹਿੰਦੀ ਦਾ ਇਹ ਸ਼ਬਦ ਹੈ ਅਵਕਾਸ਼, ਜਿਹਨੂੰ ਛੁੱਟੀ ਵੀ ਕਹਿ ਦਿੰਦੇ ਨੇ ਜਾਂ ਵੇਲ ਵੀ ਕਹਿ ਦਿੰਦੇ ਨੇ।
आप जी वेल देण वाले हो अवकाश। आज सर्व ओर से आप जी काश प्रकाश ਸਰੂਪ ਹੋ। ਅਗੰਜ ਤਲਵਾਰ ਨਾਲ ਆਪ ਜੀ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਤੋਂ ਰਹਿਤ ਹੋ। ਭੰਜ ਆਪ ਜੀ ਭੰਨਣ ਤੋਂ ਰਹਿਤ ਹੋ। ਅਲਖ ਆਪ ਜੀ ਲਖਣ ਤੋਂ ਰਹਿਤ ਹੋ। ਤੇਰੇ ਗੁਣ ਕੋਈ ਜਾਣ ਨਹੀਂ ਸਕਦਾ, ਲਖ ਨਹੀਂ ਸਕਦਾ। ਗੁਰੂ ਬਿਨਾ ਆਪ ਜੀ ਲਖਣ ਤੋਂ ਰਹਿਤ ਹੋ। ਭਖ ਨਿਰਾਹਾਰ ਹੋ। ਆਪ ਜੀ ਨੂੰ ਭੁੱਖ ਨਹੀਂ ਲੱਗਦੀ, ਆਪ ਜੀ ਨੂੰ ਕੁਝ ਛਕਣਾ ਨਹੀਂ ਪੈਂਦਾ, ਨਿਰਾਹਾਰੀ ਹੋ ਆਪ ਜੀ। ਅਕਾਲ ਤੇਰਾ ਜੋ ਸਰੂਪ ਹੈ ਉਹ ਕਾਲ ਤੋਂ ਰਹਿਤ ਹੈ, ਜਮਾ ਦੇ ਵਸ ਨਹੀਂ ਪੈਂਦਾ। ਉਹ ਕਾਲ ਉਸ ਨੂੰ ਖਾਂਦਾ ਨਹੀਂ ਹੈ। ਤੇਰਾ ਸਰੂਪ ਕਾਲ ਦਾ ਖਾਜਾ ਨਹੀਂ ਹੈ। ਤੁਸੀਂ ਅਕਾਲ, ਤੁਸੀਂ ਕਹਿਣ ਤੋਂ ਰਹਿਤ ਹੋ। ਦਿਆਲ ਆਪ ਜੀ ਦਇਆ ਦੇ ਘਰ ਹੋ। ਅਲੇਖ ਆਪ ਜੀ ਲੇਖੇ ਵਿੱਚ ਨਹੀਂ ਆਉਂਦੇ। ਸਰਬ ਜੀਆ ਸਿਰ ਲੇਖ ਧੁਰਾਹੂ, ਬਿਨ ਲੇਖੈ ਨਾਹੀ ਕੋਈ ਜਿਉ। ਸਾਰਿਆਂ ਦੇ ਸਿਰ 'ਤੇ ਲੇਖਾ ਹੈ, ਪਰ ਜਿਨ ਇਹ ਲਿਖੇ ਤਿਸ ਸਿਰ ਨਾਹੇ। ਉਹ ਪਰਮਾਤਮਾ ਦੇ ਸਿਰ 'ਤੇ ਲੇਖਾ ਨਹੀਂ ਹੈ। ਆਪ ਜੀ ਅਲੇਖ ਹੋ। ਜਿਹੜੇ ਆਪ ਜੀ ਦਾ ਨਾਮ ਜਪਦੇ ਨੇ ਉਹਨਾਂ ਨੂੰ ਵੀ ਆਪ ਜੀ ਅਲੇਖ ਕਰ ਦਿੰਦੇ ਹੋ। ਅਭੇਖ ਆਪ ਜੀ ਭੇਖਾਂ ਤੋਂ ਰਹਿਤ ਹੋ। ਆਪ ਜੀ ਅਭੇਖ ਹੋ। ਸਾਰਿਆਂ ਨੂੰ ਆਪ ਜੀ ਭਖਣ ਕਰਨ ਵਾਲੇ ਹੋ। ਆਪ ਜੀ ਸਾਰੇ ਭੇਸ਼ਾਂ ਵਿੱਚ ਆਏ ਹੋਏ ਹੋ। ਚੇਤਨ ਬ੍ਰਹਮ ਹੋ। ਭੇਖ ਰਹਿਤ ਹੋ ਆਪ ਜੀ। ਨਾਮ ਨਾਮ ਤੋਂ ਰਹਿਤ ਹੋ। ਅਕਾਮ ਆਪ ਜੀ ਕਾਮਨਾ ਤੋਂ ਰਹਿਤ ਹੋ। ਅਗਾਹ ਆਪ ਜੀ ਨੂੰ ਕੋਈ ਫੜ ਨਹੀਂ ਸਕਦਾ, ਪਕੜਨ ਤੋਂ ਆਪ ਜੀ ਰਹਿਤ ਹੋ। ਢਾਹ ਆਪ ਜੀ ਢਾਏ ਨਹੀਂ ਜਾਂਦੇ, ਆਪ ਜੀ ਨੂੰ ਕੋਈ ਦਬਾ ਨਹੀਂ ਸਕਦਾ, ਆਪ ਜੀ ਰਹਿਤ ਹੋ। ਅਨਾਥੇ ਅਨਾਥੇ ਆਪ ਜੀ ਸਾਰਿਆਂ ਦੇ ਸੁਆਮੀ ਹੋ, ਮਾਲਕ ਹੋ। ਪਰਮਾਥੇ ਪਰਮਾਥੇ ਆਪ ਜੀ ਮਾਇਆ ਦੇ ਮਥਨ ਤੋਂ ਪਰੇ ਹੋ, ਮਾਇਆ ਨੂੰ ਵੀ ਮਥਨ ਵਾਲੇ ਹੋ। ਅਜੂਨੀ ਆਪ ਜੀ ਜੜ ਨਹੀਂ ਹੋ, ਆਪ ਜੀ ਜੂਨਾਂ ਵਿੱਚ ਨਹੀਂ ਪੈਂਦੇ। ਅਮੋਨੀ ਠਾਕੁਰ ਹਮਰਾ ਸਦ ਬੋਲੰਤਾ। ਜਿਵੇਂ ਮੌਨ ਹੁੰਦੇ ਨੇ ਨਾ, ਕਿਸੇ ਨੇ ਮੌਨ ਰੱਖਿਆ ਹੈ, ਕੋਈ ਗੁੰਗ ਮੌਨ, ਕੋਈ ਕਾਸ਼ਟ ਮੌਨ, ਕੋਈ ਜੜ ਮੌਨ। ਇਹਨਾਂ ਮੌਨਾਂ ਤੋਂ ਵੀ ਆਪ ਜੀ ਰਹਿਤ ਹੋ। ਜਿਵੇਂ ਕੋਈ ਬੰਦਾ ਕਹਿੰਦਾ ਜੀ ਮੈਂ ਤਾਂ ਮੌਨ ਰੱਖਿਆ ਹੈ, ਮੈਂ ਬੋਲਦਾ ਨਹੀਂ ਹੈ, ਪਰ ਉਸਦਾ ਮਨ ਬੋਲੀ ਜਾਂਦਾ ਹੈ। ਐਸੇ ਤਰ੍ਹਾਂ ਮੁੱਖੋਂ ਨਹੀਂ ਬੋਲਦਾ ਪਰ ਮਨ ਬੋਲੀ ਜਾਂਦਾ ਹੈ। ਐਸੇ ਤਰ੍ਹਾਂ ਕਈ ਮੌਨ ਹੁੰਦੇ ਨੇ, ਕੋਈ ਗੁੰਗ ਮੌਨ, ਕੋਈ ਜੜ ਮੌਨ। ਆਪ ਜੀ ਇਹਨਾਂ ਸਾਰਿਆਂ ਮੌਨਾਂ ਤੋਂ ਆਪ ਜੀ ਰਹਿਤ ਹੋ। ਨ ਰਾਗੇ ਅਮੋਨੀ ਆਪ ਜੀ ਮੰਨਣਸ਼ੀਲ ਹੋ। ਨ ਰਾਗੇ ਆਪ ਜੀ ਮੋਹ ਤੋਂ ਰਹਿਤ ਹੋ। ਨ ਰੰਗੇ ਆਪ ਜੀ ਪ੍ਰੇਮ ਨਹੀਂ, ਆਪ ਜੀ ਵਿੱਚ ਰਾਗ ਦਵੈਥ ਇੱਦਾਂ ਦੀ ਕੋਈ ਗੱਲ ਨਹੀਂ। ਰਾਗ ਦਵੈਥ ਤੋਂ ਆਪ ਜੀ ਰਹਿਤ ਹੋ। ਨ ਰੂਪੇ ਨਾ ਰੂਪੇ, ਨਾ ਆਪ ਜੀ ਦਾ ਕੋਈ ਰੂਪ ਹੈ। ਨ ਰੇਖੇ ਜਿਵੇਂ ਆਪਣੇ ਹੱਥਾਂ 'ਤੇ ਰੇਖਾਵਾਂ ਹੁੰਦੀਆਂ ਨੇ, ਪੈਰਾਂ 'ਤੇ ਰੇਖਾਵਾਂ ਹੁੰਦੀਆਂ ਨੇ, ਆਪ ਜੀ ਨਾ ਰੇਖੇ। ਜਿਵੇਂ ਜੋਤਿਸ਼ ਜੋ ਗ੍ਰੰਥ ਹੈ ਜੋਤਿਸ਼ ਦਾ, ਉਸ ਦੇ ਵਿੱਚ ਮੱਛ ਕੱਛ ਆਦਿਕ ਰੇਖਾਵਾਂ ਲਿਖੀਆਂ ਨੇ, ਆਪ ਜੀ ਉਹਨਾਂ ਤੋਂ ਰਹਿਤ ਹੋ। ਕਰਮ ਅਕਰਮੰ ਕਰਮਾਂ ਤੋਂ ਸੁਤੰਤਰ ਹੋ, ਅਕਰੇ ਰੂਪ ਹੋ। ਆਪ ਜੀ ਨੂੰ ਕਰਮ ਨਹੀਂ ਕਰਨੇ ਪੈਂਦੇ, ਮਾਇਆ ਸਭ ਕੁਛ ਕਰੀ ਜਾਂਦੀ ਹੈ। ਆਪ ਜੀ ਅਕਰਮੰ, ਆਪ ਜੀ ਅਬਿਨਾਸੀ ਹੋ। ਰਮੰ ਸਾਰਿਆਂ ਵਿੱਚ ਰਮਿਆ ਹੋਇਆ ਹੋ। ਭਰਮੰ ਆਪ ਜੀ ਭਰਮਾਂ ਤੋਂ ਰਹਿਤ ਹੋ। ਅਗੰਜੇ ਆਪ ਜੀ ਕੱਟੇ ਨਹੀਂ ਜਾਂਦੇ। ਅਲੇਖੇ ਆਪ ਜੀ ਹਿਸਾਬ ਕਿਤਾਬ ਤੋਂ ਰਹਿਤ ਹੋ। ਆਪ ਜੀ ਤੋਂ ਕੋਈ ਲੇਖਾ ਨਹੀਂ ਮੰਗ ਸਕਦਾ। ਆਪ ਜੀ ਲਖਣ ਤੋਂ ਰਹਿਤ ਹੋ, ਜਾਣਨ ਤੋਂ ਰਹਿਤ ਹੋ। ਭੁਜੰਗ ਪ੍ਰਿਆਤ ਛੰਦ ਹੁਣ ਅਖੀਰਲਾ ਛੰਦ ਭੁਜੰਗ ਪ੍ਰਿਆਤ ਛੰਦ ਮਹਾਰਾਜ ਵਰਣਨ ਕਰਦੇ ਨੇ। ਨਮਸਤਲ ਪ੍ਰਣਾਮੇ ਨਮਸਤੁਲ ਕਿ ਉਹਨੂੰ ਨਮਸਕਾਰ ਹੈ ਜੋ ਉਲ ਪੂਰਨ ਹੈ। ਪ੍ਰਣਾਮੇ ਜੋ ਨਾਮਾਂ ਤੋਂ ਪਰੇ ਹੈ, ਉਸ ਨੂੰ ਨਮਸਕਾਰ ਹੈ ਮੇਰੀ। ਜੋ ਆਪਣੇ ਆਪ ਨੂੰ ਨਮਸਕਾਰਾ ਕਰਵਾਉਂਦੇ ਨੇ ਉਹਨਾਂ ਤੋਂ ਵੀ ਤੂੰ ਨਮਸਕਾਰ ਕਰਾਉਣ ਵਾਲਾ ਹੈ। ਨਮਸਤੁਲ ਪ੍ਰਣਾਮੇ, ਮਨ ਬਾਣੀ ਸਰੀਰ ਕਰਕੇ ਤੈਨੂੰ ਪਰਮਾਤਮਾ ਨਮਸਕਾਰ ਕਰਦੇ ਹਾਂ। ਨਮਸਤਲ ਪ੍ਰਣਾਸੇ ਸਮਸਤੁਲ ਪ੍ਰਨਾਸੇ, ਨਾਸ਼ਾਂ ਤੋਂ ਆਪ ਜੀ ਰਹਿਤ ਹੋ, ਸਾਰਿਆਂ ਨੂੰ ਵਿਸ਼ੇਸ਼ ਕਰਕੇ ਨਾਸ਼ ਕਰਨ ਵਾਲੇ ਹੋ। ਗੰਜਲ ਅਨਾਮੇ ਅਗੰਜੁਲ
ਆਪ ਜੀ ਕੱਟਣ ਤੋਂ ਰਹਿਤ ਹੋ, ਅਨਾਮੇ ਨਾਮਾ ਤੋਂ ਰਹਿਤ ਹੋ ਆਪ ਜੀ। ਸਮਸਤਲ ਨਿਵਾਸੀ ਸਮਸਤੁਲ ਨਿਵਾਸੇ ਸਮਸਤ ਉਲ ਆਪ ਜੀ ਪੂਰਨ ਤੌਰ ਤੇ ਸਾਰਿਆਂ ਵਿੱਚ ਨਿਵਾਸ ਰੱਖਦੇ ਹੋ। ਨਿਰਕਾਮੰ ਵਿਭੂਤੇ ਆਪ ਜੀ ਕਾਮ ਆਦਿਕਾਂ ਤੋਂ ਰਹਿਤ ਹੋ, ਕਾਮਨਾ ਤੋਂ ਰਹਿਤ ਹੋ ਆਪ ਜੀ। ਵਿਭੂਤੇ ਜੋ ਮਾਇਆ ਅਰਥ ਕਾਮਨਾ ਦੇਣ ਵਾਲੇ ਹੋ, ਵਿਭੂਤੀਆਂ ਦੇਣ ਵਾਲੇ ਹੋ। ਸਮਸਤਲ ਸਰੂਪੇ ਸਮਸਤਲ ਸਰੂਪੇ ਸਾਰਿਆਂ ਵਿੱਚ ਆਪ ਜੀ ਦਾ ਸਰੂਪ ਹੈ। ਸਭ ਮਹਿ ਜੋਤ ਜੋਤ ਹੈ ਸੋਏ। ਕਰਮੰ ਪਰਣਾਸੀ ਕੋ ਕਰਮੰ ਪਰਨਾਸੀ ਖੋਟੇ ਕਰਮਾਂ ਨੂੰ ਆਪ ਜੀ ਕੱਟਣ ਵਾਲੇ ਹੋ। ਜਿਹੜੇ ਬੰਦੇ ਖੋਟੇ ਕਰਮ ਕਰਦੇ ਨੇ ਉਹਨਾਂ ਨੂੰ ਵੀ ਆਪ ਜੀ ਨਾਸ਼ ਕਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਧਰਮੰ ਵਿਭੂਤੇ ਸੋ ਧਰਮੰ ਵਿਭੂਤੇ ਸੋ ਜੋ ਸ਼੍ਰੇਸ਼ਟ ਧਰਮ ਹੈ, ਸ਼੍ਰੇਸ਼ਟ ਧਰਮ ਦੀ ਆਪ ਜੀ ਵਿਭੂਤੀ ਵਾਲੇ ਹੋ। ਧਰਮ ਤੇ ਗਿਆਨ ਦੀ ਵਿਭੂਤੀ ਆਪ ਜੀ ਦੇਣ ਵਾਲੇ ਹੋ। ਸੋ ਧਰਮੰ ਨਾਮ ਹੈ ਇੰਦਰ ਦਾ, ਇੰਦਰ ਦੀ ਨਿਆਇ ਵਿਭੂਤੀ ਦੇਣ ਵਾਲੇ ਹੋ। ਸਦਾ ਸਚਦਾਨੰਦ ਜੋ ਆਪ ਜੀ ਦਾ ਸਰੂਪ ਹੈ ਸਦਾ ਸੱਚ ਦਾ ਆਨੰਦ, ਸਦਾ ਸਤ। ਆਪ ਜੀ ਦਾ ਸਰੂਪ ਸਤ ਹੈ, ਝੂਠਾ ਨਹੀਂ ਹੈ। ਚੇਤਨ ਸਰੂਪ ਹੈ, ਹਰਕਤ ਕਰਾਉਣ ਵਾਲਾ ਹੈ, ਆਨੰਦ ਸਰੂਪ ਹੈ। ਇਹ ਬ੍ਰਹਮ ਸਰੂਪ ਦਾ ਲਖਣ ਕੀਤਾ ਹੈ। ਸ਼ਤਰੰ ਪਰਣਾਸੀ ਜੋ ਆਪਣੇ ਸ਼ਤਰੂ ਨੇ, ਜੋ ਵੈਰੀ ਨੇ, ਪੰਜ ਦੋਖ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੈਰੀ ਨੇ, ਇਹ ਸ਼ਤਰੂ ਨੇ। ਜੋ ਅਗਿਆਨ ਰੂਪ ਸ਼ਤਰੂ ਹੈ, ਜੋ ਹੋਰ ਦੁਸ਼ਮਣ ਨੇ, ਉਹਨਾਂ ਨੂੰ ਆਪ ਜੀ ਪਰਨਾਸੀ ਨਾਸ਼ ਕਰਨ ਵਾਲੇ ਹੋ। ਇਹ ਤਟਸਟੀ ਲਖਣ ਹੈ। ਤ੍ਰਿਮੂਲ ਕੋ ਨਿੰਦਾ ਸਤਰੰਗ ਪਰਨਾਸੀ ਸਤਚਿਤ ਆਨੰਦ ਇਹ ਨਿਰਗੁਣ ਦਾ ਸਰੂਪ ਹੈ। ਜੋ ਪ੍ਰਕਾਸ਼ ਸਰੂਪ ਹੈ ਉਹ ਕਥਨ ਕੀਤਾ ਹੈ। ਕਰੀਮੁਲ ਕੋ ਨਿੰਦਾ ਕਰੀਮੁਲ ਕਨਿੰਦਾ ਹੁਣ ਇਹ ਸਰਗੁਣ ਦਾ ਸਰੂਪ ਇੱਥੇ ਦੱਸਦੇ ਨੇ। ਕਰੀਮੁਲ ਕਰਮ ਬਖਸ਼ੀ ਨੂੰ ਕਿਰਪਾ ਦੇ ਕੁਨਿੰਦਾ ਆਪ ਜੀ ਕਰਨ ਵਾਲੇ ਹੋ, ਪੂਰਨ ਹੋ। ਸਮਸਤਲ ਨਿਵਾਸੀ ਸਾਰਿਆਂ ਵਿੱਚ ਪੂਰਨ ਤੌਰ ਤੇ ਨਿਵਾਸ ਰੱਖਣ ਵਾਲੇ ਹੋ। ਅਜਾਇਬ ਵਿਭੂਤੇ ਅਜਾਇਬ ਵਿਭੂਤੇ ਜਿਹੜੀ ਆਪ ਜੀ ਦੀ ਵਿਭੂਤੀ ਹੈ ਅਸਚਰਜ ਹੈ। ਆਪ ਦੀ ਨਾਮ ਦੀ ਵਿਭੂਤੀ ਅਸਚਰਜ ਹੈ। ਜਿਹੜੀ ਭਗਤੀ ਦੀ ਵਿਭੂਤੀ, ਗਿਆਨ ਦੀ, ਮਾਇਆ ਦੀ ਵਿਭੂਤੀ ਆਪ ਜੀ ਅਸਚਰਜ ਹੈ। ਆਪ ਜੀ ਰਿੱਧੀਆਂ ਸਿੱਧੀਆਂ ਦੇ ਦੇਣ ਵਾਲੇ ਹੋ। ਜੋ ਮੰਨਣ ਸ਼ਰਵਣ ਮੰਨਣ ਨਿਧਿਆਸਣ ਆਦਿ ਕਰਦੇ ਨੇ, ਵਿਭੂਤੀ ਆਪ ਜੀ ਉਹਨਾਂ ਨੂੰ ਦਿੰਦੇ ਹੋ। ਇਹ ਅਜਾਇਬ ਗਨੀਮੇ ਗਜਾਇਬ ਗਨੀਮੇ ਦੁਸ਼ਟਾਂ ਤੇ ਗਜਬ ਕਹਿਰ ਗੁਜ਼ਾਰਨ ਵਾਲੇ ਹੋ। ਗਨੀਆਂ ਕਹੀਏ ਦੁਸ਼ਮਣ, ਤੇ ਦੁਸ਼ਮਣਾਂ ਨੂੰ ਆਪ ਜੀ ਗਾਲਣੇ ਵਾਲੇ ਹੋ, ਗਾਲ ਦਿੰਦੇ ਹੋ। ਹਰਿਯੰ ਕਰਿਯੰ ਹਰਿਯੰ ਨਾਸ਼ਕ ਹੋ, ਸਾਰੇ ਸੰਸਾਰ ਨੂੰ ਨਾਸ਼ ਕਰਨ ਵਾਲੇ ਹੋ। ਕਰਿਯੰ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਹੋ, ਸਾਰੀ ਸ੍ਰਿਸ਼ਟੀ ਨੂੰ ਆਪ ਜੀ ਕਰਨ ਵਾਲੇ ਹੋ। ਕਰੀਮੁਲ ਰਹੀਮੇ ਕਰੀਮੁਲ ਰਹੀਮੇ ਆਪ ਜੀ ਪੂਰਨ ਤੌਰ ਤੇ ਰਹਿਮ ਦਿਲੀ ਕਰਨ ਵਾਲੇ ਹੋ। ਚਤਰ ਚੱਕਰ ਵਰਤੀ ਚਤਰ ਚੱਕਰਵਰਤੀ ਚੌਹਾਂ ਚੱਕਾਂ ਵਿੱਚ ਆਪ ਜੀ ਵਰਤ ਰਹੇ ਹੋ। ਚਤਰ ਚੱਕਰ ਭੁਗਤੇ ਚੌਹਾਂ ਚੱਕਾਂ ਨੂੰ ਆਪ ਜੀ ਭੋਗ ਰਹੇ ਹੋ, ਭੋਗਣ ਵਾਲੇ ਹੋ। ਜਿੰਨੇ ਵੀ ਚੱਕਰਵਰਤੀ ਰਾਜੇ ਨੇ ਉਹ ਤੂੰ ਹੀ ਬਣਾਏ ਨੇ। ਚੌਹਾਂ ਚੱਕਾਂ ਵਿੱਚ ਆਪ ਜੀ ਭੋਗ ਲਵਾਣੇ ਵਾਲੇ ਹੋ, ਭੋਗ ਲਾਉਣ ਵਾਲੇ ਹੋ ਆਪ ਜੀ। ਜੇ ਧੰਨੇ ਭਗਤ ਨੇ ਸ਼ਰਧਾ ਨਾਲ ਆਪ ਜੀ ਨੂੰ ਭੋਗ ਲਵਾਉਣਾ ਚਾਹਿਆ ਤਾਂ ਆਪ ਜੀ ਨੇ ਪ੍ਰਤੱਖ ਹੋ ਕੇ ਭੋਗ ਲਾਇਆ ਹੈ। ਆਪ ਜੀ ਕੋਧਰੇ ਦੀ ਰੋਟੀਆਂ ਵਿੱਚ ਸਭ ਰਸ ਮਰਦਾਨੇ ਨੂੰ ਦਿਖਾ ਦਿੱਤੇ। ਆਪ ਜੀ ਭੋਗ ਲਾਉਣ ਵਾਲੇ ਵੀ ਹੋ। ਸਯੰਬੰ ਸੁਭੰ ਸਰਬਦਾ ਸਵੰਭਵ ਸੁਤੇ ਪ੍ਰਕਾਸ਼ਵਾਨ ਹੋ। ਸੁਭੰ ਆਪ ਜੀ ਸੋਭਾ ਵਾਲੇ ਹੋ, ਪ੍ਰਕਾਸ਼ਮਾਨ ਹੋ ਪਰ ਸੁਭੰ। ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਸੈਭੰ ਕੇ ਸੁਤੇ ਪ੍ਰਕਾਸ਼ ਹੈ। ਇਹ ਉਹੀ ਅਰਥ ਹੈ ਸੁਭੰ ਆਪ ਜੀ ਸੁਤੇ ਪ੍ਰਕਾਸ਼ ਹੋ। ਸਰਬਦਾ ਸਰਬਦਾ ਸਰਬ ਜੁਗਤੇ ਸਰਬ ਦਾ ਕਾਲ ਕਰਨ ਵਾਲੇ ਹੋ। ਸਰਬ ਦਾ ਕਾਲ ਸਾਰੇ ਕਾਲਾਂ ਵਿੱਚ ਆਪ ਜੀ ਆਪਣੇ ਆਪ ਪ੍ਰਕਾਸ਼ ਹੋ। ਆਪ ਜੀ ਸਾਰਿਆਂ ਵਿੱਚ ਜੁੜੇ ਰਹੇ ਹੋ, ਅਰਥਾਤ ਸ਼ਾਮਿਲ ਹੋ ਸਾਰਿਆਂ ਵਿੱਚ। ਸਰਬ ਜੁਗਤੀ ਸਰਬ ਜੁਗਤੇ ਸਾਰੀਆਂ ਜੁਗਤੀਆਂ ਵਿੱਚ ਆਪ ਜੀ ਸੰਪੰਨ ਹੋ, ਪੂਰਨ ਹੋ। ਆਪ ਜੀ ਸਾਰੇ ਜੋਗਾਂ ਵਿੱਚ ਆਪ ਜੀ ਜੁੜੇ ਹੋਏ ਹੋ। ਸਰਬ ਜੁਗਤੇ ਸਾਰੀਆਂ ਨੂੰ ਜੁਗਤੀਆਂ ਦੇਣ ਵਾਲੇ ਵੀ ਆਪ ਜੀ ਹੋ। ਦੁਕਾਲੰ ਪਰਣਾਸੀ ਦੁਕਾਲੰ ਪਰਨਾਸੀ
ਦੁਖਦਾਇਕ ਕਾਲ ਨੂੰ ਪਰ ਵਿਸ਼ੇਸ਼ ਕਰਕੇ ਨਾਸ਼ ਕਰਨ ਵਾਲੇ ਹੋ। ਜੋ ਦੋ ਸਮੇਂ ਨੇ ਜੰਮਣਾ ਤੇ ਮਰਨਾ, ਇਹਨਾਂ ਨੂੰ ਵੀ ਆਪ ਜੀ ਦੂਰ ਕਰਨ ਵਾਲੇ ਹੋ। ਜੰਮਣ ਮਰਨ ਦੀ ਆਪ ਜੀ ਨਿਵਰਤੀ ਕਰਨ ਵਾਲੇ ਹੋ। ਤੇ ਅੰਨ ਦਾ ਜਿੱਥੇ ਹੋਰ ਜਗਤ ਦਾ ਜਿੱਥੇ ਅੰਨ ਦਾ ਕਾਲ ਪੈ ਗਿਆ, ਸਾਰੇ ਕਾਲਾਂ ਨੂੰ ਆਪ ਜੀ ਮੇਟਣ ਵਾਲੇ ਹੋ। ਸੱਚ ਕਾਲ ਕੂੜ ਵਰਤਿਆ, ਉਹਨਾਂ ਨੂੰ ਵੀ ਆਪ ਜੀ ਮੇਟਣ ਵਾਲੇ ਹੋ। ਭਾਵੇਂ ਕੂੜ ਦਾ ਕਾਲ, ਕਿਤੇ ਅੰਨ ਦਾ ਕਾਲ, ਕਿਤੇ ਪਾਣੀ ਦਾ ਕਾਲ, ਉਹ ਜਿੱਥੇ ਇੱਦਾਂ ਕੋਈ ਕਾਲ ਪੈਂਦਾ ਹੈ ਉਸ ਨੂੰ ਵੀ ਆਪ ਜੀ ਮੇਟਣ ਵਾਲੇ ਹੋ। ਦਇਆਲੰ ਸਰੂਪੇ, ਦਇਆਲੰ, ਦਇਆ ਦੇ ਆਲੰਗ ਆਪ ਜੀ ਘਰ ਹੋ। ਦਇਆ ਦੇ ਘਰ ਹੋ, ਦਇਆ ਦੇ ਸਰੂਪ ਹੋ ਆਪ ਜੀ। ਸਦਾ ਅੰਗ ਸੰਗੇ, ਸਦਾ ਅੰਗ ਸੰਗੇ, ਅੰਗ ਹਿਰਦੇ ਵਿੱਚ ਸਦਾ ਆਪ ਜੀ ਮਿਲੇ ਹੋਏ ਹੋ। ਆਪ ਜੀ ਮਿਲਿਆ ਰਹਿੰਦਾ ਹੈ। ਆਪਣੇ ਭਗਤਾਂ ਦੇ, ਆਪਣੇ ਪਿਆਰਿਆਂ ਦੇ ਮਨਾਂ ਵਿੱਚ ਸਦਾ ਆਪ ਜੀ ਦਾ ਵਾਸਾ ਹੈ। ਆਪ ਜੀ ਮਿਲੇ ਰਹਿੰਦੇ ਹੋ। ਭੰਗੰ ਬੇਭੂਤੇ, ਆਪ ਜੀ ਅਭੰਗੰ ਬੇਭੂਤੇ ਹੋ। ਜੋ ਆਪ ਜੀ ਦੀ ਸਾਰੀ ਬੇਭੂਤੀ ਹੈ ਉਹ ਭੰਨਣ ਤੋਂ ਰਹਿਤ ਹੈ। ਜੋ ਸਦਾ ਆਪ ਨੂੰ ਅਭੰਗੰ ਬੇਭੂਤੇ, ਜੋ ਸਦਾ ਆਪ ਨੂੰ ਅੰਗ ਸੰਗ ਸਮਝ ਕੇ ਜਪਦੇ ਹਨ, ਉਹਨਾਂ ਨੂੰ ਆਪਣੇ ਸਰੂਪ ਰੂਪੀ ਅਭੰਗੀ ਜੋ ਬੇਭੂਤੀ ਹੈ, ਭੰਗੰ ਬੇਭੂਤੇ, ਉਹ ਬੇਭੂਤੀ ਆਪ ਜੀ ਬਖਸ਼ ਦਿੰਦੇ ਹੋ। ਜਿਹੜੇ ਆਪ ਜੀ ਨੂੰ ਅੰਗ ਸੰਗ ਜਾਣ ਕੇ ਜਪਦੇ ਹਨ, ਸਮਝਦੇ ਹਨ। ਅਭੰਗ ਬੇਭੂਤੀ ਜਿਸ ਦੀ ਮਾਇਆ ਹੈ, ਮਾਇਆ ਰੂਪੀ ਜਿਸ ਦੀ ਬੇਭੂਤੀ ਹੈ। ਨਾਮ ਰੂਪੀ ਬੇਭੂਤੀ, ਭਗਤੀ ਰੂਪੀ ਬੇਭੂਤੀ ਇਹ ਪਰਮਾਤਮਾ ਦੀ ਹੈ। ਅਭੰਗੰ ਬੇਭੂਤੇ, ਇਹ ਬੇਭੂਤੀ ਕਦੇ ਨਾਸ਼ ਨਹੀਂ ਹੋ ਸਕਦੀ, ਇਹ ਨਾਸ਼ ਹੋਣ ਤੋਂ ਰਹਿਤ ਹੈ। ਜੋ ਮੁਕਤੀ ਦੀ, ਕੇਵਲ ਮੋਕਸ਼ ਦੀ ਬੇਭੂਤੀ ਹੈ, ਉਹ ਵੀ ਆਪ ਜੀ ਬਖਸ਼ਦੇ ਹੋ। ਚਾਰੇ ਮੁਕਤੀਆਂ ਦੀ ਆਪ ਜੀ ਵਿਭੂਤੀ ਬਖਸ਼ਦੇ ਹੋ। ਦੁਕਾਲੰ ਪ੍ਰਨਾਸੀ, ਦਇਆਲੰ ਸਰੂਪੇ, ਦਇਆ ਦੇ ਘਰ ਹੋ। ਸਦਾ ਅੰਗ ਸੰਗੇ, ਅਭੰਗੰ ਬੇਭੂਤੇ, ਤੇ ਜਿਹੜੇ ਤੈਨੂੰ ਅੰਗ ਸੰਗ ਜਾਣ ਕੇ ਸਮਝਦੇ ਹਨ, ਉਹਨਾਂ ਨੂੰ ਤੂੰ ਸਾਰੀਆਂ ਵਿਭੂਤੀਆਂ ਬਖਸ਼ ਦਿੰਦਾ ਹੈ। ਸਦਾ ਅੰਗ ਸੰਗੇ, ਜਿਹੜੇ ਤੇਰੇ ਪਿਆਰੇ ਨੇ, ਭਗਤ ਨੇ, ਉਹਨਾਂ ਦੇ ਹਿਰਦਿਆਂ ਵਿੱਚ ਤੂੰ ਸਦਾ ਹੀ ਅੰਗ ਸੰਗ ਰਹਿੰਦਾ ਹੈ। ਇਹ ਪਰਮਾਤਮਾ ਨੇ, ਜੋ ਨਿਰਗੁਣ ਪਰਮਾਤਮਾ ਦਾ ਸਰੂਪ ਹੈ, ਇਹ ਕਲਗੀਧਰ ਪਿਤਾ ਨੇ ਇਹ ਜਾਪ ਸਾਹਿਬ ਦੀ ਬਾਣੀ ਪਰਮਾਤਮਾ ਦੇ ਸਨਮੁਖ ਉਚਾਰੀ ਹੈ। ਪਹਿਲੇ ਦੁਸ਼ਟ ਦਮਨ ਰੂਪ ਵਿੱਚ ਜਦੋਂ ਹੇਮਕੁੰਟ ਦੀ ਧਰਤੀ 'ਤੇ ਤਪ ਕੀਤਾ, ਅਕਾਲ ਪੁਰਖ ਨੇ ਸੱਦਿਆ ਅਤੇ ਬਵਾਨ 'ਤੇ ਚੜ੍ਹ ਕੇ ਗਏ, ਅਤੇ ਅਕਾਲ ਪੁਰਖ ਦੇ ਸਨਮੁਖ ਗੁਰੂ ਕਲਗੀਧਰ ਪਿਤਾ ਜੀ ਨੇ ਦੁਸ਼ਟ ਦਮਨ ਰੂਪ ਵਿੱਚ ਇਹ ਨਮਸਕਾਰਾਂ ਰੂਪੀ ਬਾਣੀ ਉਚਾਰੀ ਹੈ। ਪਰਮਾਤਮਾ ਨੂੰ ਅਨੇਕਾਂ ਵਾਰ ਨਮਸਕਾਰਾਂ ਕੀਤੀਆਂ ਨੇ। ਸੋ ਸਤਿਗੁਰਾਂ ਦੀ ਕਿਰਪਾ ਨਾਲ ਇਹ ਜੋ ਜਾਪ ਸਾਹਿਬ ਦੀ ਕਥਾ ਹੈ, ਸਤਿਗੁਰਾਂ ਨੇ ਕਿਰਪਾ ਕਰਕੇ ਅੱਜ ਸੰਪੂਰਨ ਕਰਵਾਈ ਹੈ। ਕਥਾ ਕਰਦਿਆਂ, ਅਰਥ ਕਰਦਿਆਂ, ਕਿਉਂਕਿ ਕੋਈ ਕਥਾ ਵਾਚਕ ਨਹੀਂ, ਕੋਈ ਵਿਦਵਾਨ ਨਹੀਂ, ਪਹਿਲੀ ਵਾਰ ਕਥਾ ਕਰਨ ਲੱਗੇ ਹਾਂ, ਗਲਤੀਆਂ ਹੋ ਜਾਂਦੀਆਂ ਨੇ। ਸੋ ਗੁਰੂ ਦੀ ਸੰਗਤ, ਗੁਰੂ ਮਹਾਰਾਜ ਬਖਸ਼ਣ ਯੋਗ ਨੇ। ਸੋ ਹੋਈਆਂ ਭੁੱਲਾਂ ਦੀ ਖੀਮਾ ਬਖਸ਼ ਲੈਣਾ। ਜੋ ਇਹ ਜਾਪ ਬਾਣੀ ਦਾ ਜੋ ਅਰਥ ਹੈ, ਜਿਵੇਂ ਪਹਿਲੇ ਉਥਾਨਕਾਂ ਵਿੱਚ ਆਪਾਂ ਨੇ ਸਰਵਣ ਕੀਤਾ ਸੀ ਨਾ, ਕਿ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਜਨਮ ਮਰਨ ਦੀ ਨਿਵਰਤੀ ਕਿਵੇਂ ਹੋਵੇ, ਤਾਂ ਮਹਾਰਾਜ ਨੇ ਕਿਹਾ ਜਿਹੜਾ ਜਾਪ ਸਾਹਿਬ ਨੂੰ ਅਰਥਾਂ ਸਮੇਤ ਵਿਚਾਰ ਕੇ ਪੜ੍ਹੇਗਾ ਅਤੇ ਜੋ ਅਰਥ ਨੇ ਉਹਨਾਂ ਦੀ ਮਨ ਵਿੱਚ ਵਿਚਾਰ ਕਰੇਗਾ ਅਤੇ ਉਹਨਾਂ ਅਰਥਾਂ ਨੂੰ ਧਾਰਨ ਕਰੇਗਾ, ਮਹਾਰਾਜ ਕਹਿੰਦੇ ਉਹਦੇ ਜਨਮ ਮਰਨ ਦੀ ਨਿਵਰਤੀ ਹੋ ਜਾਵੇਗੀ। ਜਿਉਂਦੇ ਜੀ ਉਹ ਜੀਵਨ ਮੁਕਤ ਹੋ ਜਾਵੇਗਾ ਅਤੇ ਮਰਨ ਤੋਂ ਬਾਅਦ ਮੇਰੇ ਸਰੂਪ ਵਿੱਚ ਭੇਦ ਹੋ ਜਾਵੇਗਾ। ਇਹ ਜਾਪ ਸਾਹਿਬ ਦਾ ਮਹਾਤਮ ਹੈ। ਮਹਾਰਾਜ ਨੇ ਕਿਹਾ ਕਿ ਜਾਪ ਸਾਹਿਬ ਕੰਠ ਕਰਨਾ ਵੀ ਲਾਜ਼ਮੀ ਹੈ। ਜਿਨ੍ਹਾਂ ਆਪਣੇ ਨਿਤਨੇਮ ਦੀ ਬਾਣੀਆਂ ਨੇ, 5 ਬਾਣੀਆਂ ਅਤੇ 2 ਸ਼ਾਮ ਦੀਆਂ ਰਹਿਰਾਸ ਸਾਹਿਬ ਅਤੇ ਕੀਰਤਨ ਸੋਝਾ ਸਾਹਿਬ, ਮਹਾਰਾਜ ਕਹਿੰਦੇ ਸਿੱਖ ਨੂੰ ਇਹ ਕੰਠ ਕਰਨੀ ਵੀ ਲਾਜ਼ਮੀ ਹੈ। ਸੋ ਆਪਾਂ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਜੀ, ਕਿ ਜੋ ਤੁਹਾਡੀ ਬਾਣੀ ਹੈ, ਗੁਰਬਾਣੀ ਸਾਡੇ ਹਿਰਦੇ ਵਿੱਚ ਵਸ ਜਾਵੇ ਅਤੇ ਆਪ ਜੀ ਦੀ ਕਿਰਪਾ ਸਦਕਾ ਸੁਣਿਆ ਮੰਨਿਆ ਮਨ ਕੀਤਾ ਭਾਓ
ਆਪ ਜੀ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਤੇ ਨਾਮ ਜਪੀਏ, ਕਮਾਈ ਕਰੀਏ, ਰਹਿਤ ਬਹਿਤ ਰੱਖੀਏ। ਇਹ ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ। ਸੋ ਹੋਈਆਂ ਭੁੱਲਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ। ਜੇ ਹੋਵੈ ਸਾਹਿਬ ਸਿਓ ਮੇਲ, ਦੁਕਾਲੰ ਪਰਨਾਸੀ ਦਇਆਲੰ ਸਰੂਪੇ। ਸਦਾ ਅੰਗ ਸੰਗੇ ਅਭੰਗੰ ਬੇਪੂਤੇ, ਦੁਕਾਲੰ ਪਰਨਾਸੀ ਦਇਆਲੰ ਸਰੂਪੇ। ਸਦਾ ਅੰਗ ਸੰਗੇ ਅਭੰਗੰ ਬੇਪੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।